ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੁਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ। ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨ ਪਾਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਰ।
ਸਾਹੋ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਮਾਤ ਗਰਭ ਦੁਖ ਸਾਗਰੋ ਪਿਆਰੇ, ਤਹ ਆਪਣਾ ਨਾਮ ਜਪਾਇਆ। ਬਾਹਰ ਕਾੜ ਬਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ। ਜਿਸਨੂੰ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ। ਸੋ ਆਰਾਧੇ ਸਾਸ ਸਾਸ ਪਿਆਰੇ, RAM ਨਾਮ ਲਿਵ ਲਾਇਆ। ਮਨ ਤਨ ਤੇਰੀ ਟੇਕ ਹੈ ਪਿਆਰੇ, ਮਨ ਤਨ ਤੇਰੀ ਟੇਕ। ਤੁਧ ਬਿਨ ਅਵਰ ਨਾ ਕਰਨ ਹਾਰ ਪਿਆਰੇ, ਅੰਤਰਜਾਮੀ ਏਕ ਰਹਾਉ। ਸੋਰਠ ਮਹੱਲਾ ਪੰਜਵਾ। ਮਾਤ ਗਰਭ ਦੁਖ ਸਾਗਰੋ ਪਿਆਰੇ, ਤਹ ਆਪਣਾ ਨਾਮ ਜਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸਤਿਗੁਰਾਂ ਦੀ ਅਪਾਰ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਿਤਨੇਮ ਪਾਠ ਜਾਪ ਗ੍ਰੰਥੀ ਸਿੰਘ ਸਾਹਿਬਾਨ ਜੀ ਵੱਲੋਂ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਸਤਿਗੁਰੂ ਜੀ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਰਾਹੀਂ
ਸਾਨੂੰ ਸੁੰਦਰ ਉਪਦੇਸ਼ਾਂ ਦੀ ਬਖਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਉਪਦੇਸ਼ਾਂ ਦੁਆਰਾ ਸਾਡੇ ਮਨ ਦੇ ਅੰਦਰ ਪ੍ਰਭੂ ਪਰਮੇਸ਼ਰ ਦੇ ਪ੍ਰਤੀ, ਪਰਮਾਤਮਾ ਦੇ ਪ੍ਰਤੀ ਪ੍ਰੇਮ ਭਾਵਨਾ, ਸ਼ਰਧਾ, ਵਿਸ਼ਵਾਸ, ਇਹ ਗੁਣ ਜਿਹੜੇ ਹੈ ਪੈਦਾ ਹੁੰਦੇ ਹੈ। ਇਸੇ ਕਰਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਕਥਾ ਦੀ, ਗੁਰੂ ਕੇ ਸ਼ਬਦ ਦੀ, ਵਿਚਾਰ ਦੀ ਮਹਾਨਤਾ ਦੱਸੀ ਹੈ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਹਨ, ਸਭ ਸੈ ਉਪਰ ਗੁਰ ਸ਼ਬਦ ਵਿਚਾਰ। ਸਤਿਗੁਰੂ ਜੀ ਕਹਿੰਦੇ ਸਭ ਸਾਧਨਾਂ ਤੋਂ ਉੱਪਰ ਗੁਰੂ ਕੇ ਸ਼ਬਦ ਦੀ ਵਿਚਾਰ ਹੈ। ਗੁਰੂ ਕੇ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਜਿਸ ਨੂੰ ਆਪਾਂ ਕਰਦੇ ਹਾਂ, ਸੁਣਦੇ ਹਾਂ, ਇਹਦੇ ਦੁਆਰਾ ਸਾਡੇ ਮਨ ਦੇ ਅੰਦਰ ਜਿਹੜੀ ਮਨ ਦੀ ਚੰਚਲ ਬਿਰਤੀ ਹੈ, ਮਨ ਦੀ ਮਲੀਨਤਾ ਹੈ, ਇਸੇ ਪ੍ਰਕਾਰ ਮਨ ਦੇ ਉੱਤੇ ਅਗਿਆਨਤਾ ਦਾ ਪਰਦਾ ਹੈ, ਉਹ ਚੀਜ਼ਾਂ ਨਾਸ ਹੁੰਦੀਆਂ ਹਨ, ਦੂਰ ਹੁੰਦੀਆਂ ਹਨ ਅਤੇ ਸਾਨੂੰ ਆਪਣੇ ਸਰੂਪ ਦੇ ਬਾਰੇ, ਉਹ ਪਰਮਾਤਮਾ ਅਤੇ ਆਤਮਾ ਦੇ ਭੇਦ ਬਾਰੇ ਗੁਰੂ ਕੇ ਪਾਵਨ ਪਵਿੱਤਰ ਸ਼ਬਦਾਂ ਦੁਆਰਾ ਉਪਦੇਸ਼ ਸੋਝੀ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸ਼ਬਦਾਂ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨ ਤਨ ਤੇਰੀ ਟੇਕ ਹੈ ਪਿਆਰੇ, ਮਨ ਤਨ ਤੇਰੀ ਟੇਕ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਹੇ ਪਿਆਰੇ ਜੀਵ, ਮਨ ਅਤੇ ਤਨ ਨੂੰ ਪਰਮੇਸ਼ਰ ਵਾਹਿਗੁਰੂ ਦੀ ਹੀ ਟੇਕ ਆਸਰਾ ਹੈ। ਮਨ ਇੱਕ ਐਸੀ ਚੀਜ਼ ਹੈ ਸਾਡੇ ਅੰਦਰ ਕਿ ਇਹ ਕਦੇ ਵੀ ਨਿਰ ਆਸਰੇ ਨਹੀਂ ਰਹਿੰਦਾ। ਮਨ ਜਿਹੜਾ ਉਹ ਹਰ ਸਮੇਂ ਕੋਈ ਨਾ ਕੋਈ ਆਸਰਾ ਭਾਲਦਾ ਰਹਿੰਦਾ ਹੈ। ਹਰ ਸਮੇਂ ਇਹ ਕਿਸੇ ਨਾ ਕਿਸੇ ਆਸਰੇ ਦੇ ਅਨੁਸਾਰ ਰਹਿੰਦਾ ਹੈ। ਭਾਵ ਕਿ ਜੈਸੀ ਸੰਗਤ ਦੇ ਅੰਦਰ ਇਹ ਬੈਠਦਾ ਹੈ, ਉੱਦਾਂ ਦਾ ਅਸਰ, ਉੱਦਾਂ ਦੇ ਭਾਵ ਮਨ ਜਿਹੜਾ ਉਹ ਕਬੂਲ ਕਰ ਲੈਂਦਾ। ਸੁਤੇ ਸਿੱਧ ਹੀ ਇਹ ਮਨ ਦਾ ਸੁਭਾਅ ਹੈ ਕਿ ਜਿੱਥੇ ਵੀ, ਜੈਸੀ ਵੀ ਸੰਗਤ ਦੇ ਅੰਦਰ ਇਹ ਜਾਏਗਾ, ਉਹ ਹੌਲੀ ਹੌਲੀ ਆਪਣੇ ਆਪ ਹੀ ਇਹਦੇ ਮਨ ਦੇ ਅੰਦਰ ਉਹ ਭਾਵ, ਉਹ ਜਿਹੜੀਆਂ ਵਿਚਾਰਾਂ ਹਨ ਉਹ ਵਸਣ ਲੱਗ ਜਾਂਦੀਆਂ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਹਨ ਕਿ ਮਨ ਜਿਹੜਾ ਇੱਕ ਪੰਛੀ ਹੈ, ਅਤੇ ਜਿਵੇਂ ਪੰਛੀ ਜਿਹੜਾ ਹੁੰਦਾ ਉਹ ਬੜੀਆਂ ਥਾਵਾਂ 'ਤੇ ਜਾਂਦਾ, ਉਡਾਰੀਆਂ ਮਾਰਦਾ, ਕਦੇ ਕਿਸੇ ਰੁੱਖ 'ਤੇ, ਕਦੇ ਕਿਸੇ ਰੁੱਖ 'ਤੇ, ਅਤੇ ਉਹ ਤਰ੍ਹਾਂ ਤਰ੍ਹਾਂ ਦੇ ਫਲ ਜਿਹੜੇ ਆ ਉਹਨਾਂ ਨੂੰ ਖਾਂਦਾ। ਇਸੇ ਪ੍ਰਕਾਰ ਹੀ ਮਨ ਦਾ ਸੁਭਾਅ ਹੈ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਮਨ ਨੂੰ ਆਪਾਂ ਸੰਗਤ ਦੇਣੀ ਹੈ ਗੁਰੂ ਦੀ, ਸੰਗਤ ਦੇਣੀ ਹੈ ਰੱਬ ਦੇ ਪਿਆਰਿਆਂ ਦੀ, ਸੰਗਤ ਦੇਣੀ ਹੈ ਜਿਹੜੇ ਗੁਰੂ ਕੇ ਸਿੱਖ ਹਨ। ਇਸੇ ਕਰਕੇ ਆਪਾਂ ਅਰਦਾਸ ਦੇ ਅੰਦਰ ਇਹ ਬੇਨਤੀ ਕਰਦੇ ਹਾਂ, ਇਹ ਜਾਚਨਾ ਕਰਦੇ ਹਾਂ, ਇਹ ਗੁਰੂ ਦੇ ਪਾਸੋਂ ਮੰਗਦੇ ਹਾਂ ਕਿ ਸਈ ਗੁਰਸਿੱਖ ਪਿਆਰੇ ਮੇਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ।
ਕਿਉਂਕਿ ਮਨ ਨੇ ਸੰਗਤ ਦਾ ਅਸਰ ਕਬੂਲ ਕਰਨਾ। ਅਤੇ ਜੇ ਇਹ ਗੁਰੂ ਕੀ ਸੰਗਤ ਜਾਏਗਾ, ਜਿਹੜੇ ਕੋਈ ਚੰਗੇ ਗੁਰਸਿੱਖ ਨਾਮ ਅਭਿਆਸੀ ਹਨ, ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਦੇ ਵਿੱਚ ਜਾਏਗਾ ਅਤੇ ਮਨ 'ਤੇ ਵੈਸਾ ਪ੍ਰਭਾਵ ਪੈਣਾ। ਅਤੇ ਮਨ ਦਾ ਆਸਰਾ, ਮਨ ਦਾ ਆਧਾਰ ਫਿਰ ਗੁਰੂ ਕਾ ਸ਼ਬਦ, ਨਾਮ ਅਤੇ ਬਾਣੀ ਇਹ ਬਣ ਜਾਏਗਾ। ਅਤੇ ਗੁਰੂ ਕੇ ਸਿੱਖ ਦਾ ਸਮੁੱਚਾ ਜੀਵਨ ਜਿਹੜਾ ਹੈ, ਅਖੀਰਲੇ ਸਾਹ ਤੱਕ ਇਹਦੇ 'ਤੇ ਹੀ ਆਧਾਰਿਤ ਹੁੰਦਾ ਹੈ ਕਿ ਮੇਰਾ ਮਨ ਜਿਹੜਾ ਉਹ ਬਾਣੀ ਦੇ ਅਨੁਸਾਰ ਹੋ ਜਾਏ, ਮੇਰਾ ਮਨ ਜਿਹੜਾ ਉਹ ਬਾਣੀ ਦੇ ਆਸਰੇ ਰਹਿਣ ਲੱਗ ਪਵੇ। ਮਨ ਜਿਹੜਾ ਇੱਕ ਛਿਣ ਵੀ, ਥੋੜ੍ਹਾ ਸਮਾਂ ਵੀ ਨਾਮ ਤੋਂ, ਗੁਰੂ ਤੋਂ, ਬਾਣੀ ਤੋਂ ਦੂਰ ਜਾਵੇ ਅਤੇ ਉਦਾਸ ਹੋ ਜਾਏ। ਇਸ ਕਰਕੇ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਮਨ ਤਨ ਤੇਰੀ ਟੇਕ ਹੈ ਪਿਆਰੇ। ਹੇ ਪਿਆਰੇ ਪਰਮੇਸ਼ਰ ਵਾਹਿਗੁਰੂ, ਸਾਡੇ ਮਨ ਅਤੇ ਤਨ ਦੇ ਅੰਦਰ ਤੇਰਾ ਹੀ ਆਸਰਾ ਹੈ, ਤੇਰੀ ਹੀ ਓਟ ਹੈ। ਤੇਰੀ ਟੇਕ ਅਤੇ ਆਸਰੇ ਦੁਆਰਾ ਹੀ ਸਾਡੇ ਮਨ ਅਤੇ ਤਨ ਹਨ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ ਜੀ। ਇੱਕ ਵਾਰੀ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਮਾਤ ਗਰਭ ਦੁਖ ਸਾਗਰੋ ਪਿਆਰੇ, ਤਹਿ ਆਪਣਾ ਨਾਮ ਜਪਾਇਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਕਿ ਹੇ ਪਿਆਰੇ ਜੀਵ, ਮਾਤਾ ਦੇ ਗਰਭ ਦੇ ਅੰਦਰ ਦੁੱਖ ਸਾਗਰੋ, ਕਿੰਨਾ ਕੁ ਦੁੱਖ ਹੁੰਦਾ। ਕਹਿੰਦੇ ਦੁੱਖਾਂ ਦਾ ਸਾਗਰ ਸਮੁੰਦਰ ਹੀ ਹੁੰਦਾ, ਇੰਨਾ ਦੁੱਖ ਹੁੰਦਾ। ਉੱਥੇ ਰੱਖਿਆ ਹੁੰਦੀ ਹੈ, ਤਹਿ ਆਪਣਾ ਨਾਮ ਜਪਾਇਆ। ਉੱਥੇ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਕੇ ਉਹ ਲਿਵ ਜਿਹੜੀ ਹੈ, ਸੁਰਤ ਜਿਹੜੀ ਹੈ, ਉਹ ਨਾਮ ਦੇ ਵਿੱਚ ਜੁੜੀ ਹੋਣ ਕਰਕੇ ਇਹਨੂੰ ਉਹ ਦੁੱਖ ਜਿਹੜਾ ਮਹਿਸੂਸ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਹਨ, ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਅਤੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੁਆਰਾ ਬਚਨ ਕਰਦੇ ਹਨ ਕਿ ਮਾਤਾ ਦੇ ਗਰਭ ਦੇ ਅੰਦਰ ਉਹ ਪਰਮੇਸ਼ਰ ਵਾਹਿਗੁਰੂ ਸਿਮਰਨ ਬਖਸ਼ਦਾ। ਅਤੇ ਇਹ ਸਾਡੇ ਮਨ ਦੇ ਅੰਦਰ ਕਈ ਵਾਰ ਸਵਾਲ ਹੁੰਦਾ ਕਿ ਫਿਰ ਉਹ ਕਿਸ ਦਾ ਨਾਮ ਜਪਦਾ, ਉਹ ਵਾਹਿਗੁਰੂ ਜਪਦਾ ਜਾਂ ਉਹ ਰਾਮ ਜਪਦਾ ਜਾਂ ਅੱਲਾ ਜਪਦਾ। ਤਾਂ ਸਤਿਗੁਰੂ ਜੀ ਬਚਨ ਕਰਦੇ ਹਨ, ਮਾਤ ਗਰਭ ਮਹਿ ਆਪਣ ਸਿਮਰਨ ਦੇ। ਜਿਹੜਾ ਸਿਮਰਨ ਕਹਿੰਦੇ ਆ ਯਾਦ ਨੂੰ, ਜਿਹੜੀ ਯਾਦ ਹੁੰਦੀ ਹੈ ਉਹਦੇ ਅੰਦਰ ਸ਼ਬਦ ਜਿਹੜੇ ਹੈ, ਸ਼ਬਦ ਜਿਹੜੇ ਆਪਾਂ ਅੱਖਰੀ ਹਨ, ਇਹ ਨਹੀਂ। ਉੱਥੇ ਸੁਰਤ ਜਿਹੜੀ ਉਹ ਅਭੇਦ ਹੁੰਦੀ ਹੈ, ਉਹ ਯਾਦ ਦੇ ਵਿੱਚ ਜੁੜੀ ਹੁੰਦੀ ਹੈ। ਉੱਥੇ ਸਾਰੇ ਹੀ ਨਾਮ ਜਿਹੜੇ ਆ ਉਹ ਪ੍ਰਵਾਨ ਹਨ, ਚਾਹੇ ਕੋਈ ਜਪੇ, ਉਹ ਸਾਰੇ ਨਾਮ ਹੀ ਉੱਥੇ ਪ੍ਰਵਾਨਿਕ ਹੁੰਦੇ ਹੈ। ਜਦੋਂ ਜੀਵ ਅਭਿਆਸ ਕਰਦਿਆਂ ਵਾਹਿਗੁਰੂ ਮੰਤਰ ਜਪਦਿਆਂ ਐਸੀ ਅਵਸਥਾ 'ਤੇ ਪਹੁੰਚ ਜਾਏ, ਫਿਰ ਸਾਰੇ ਨਾਮ ਉਹਨੂੰ ਉਹ ਪਰਮੇਸ਼ਰ ਦੇ ਲੱਗਣ ਲੱਗ ਜਾਂਦੇ ਕਿ ਉਸੇ ਦੇ ਹੀ ਨਾਮ ਹਨ ਸਾਰੇ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਮਾਤ ਗਰਭ ਦੁੱਖ ਸਾਗਰੋ ਪਿਆਰੇ, ਕਿ ਮਾਤਾ ਦਾ ਗਰਭ ਜਿਹੜਾ ਉਹ ਜਿਵੇਂ ਸਮੁੰਦਰ ਹੁੰਦਾ, ਐਸਾ ਉੱਥੇ ਦੁੱਖ ਹੁੰਦਾ ਜੀਵ ਨੂੰ। ਸਤਿਗੁਰਾਂ ਨੇ ਜੀਵ ਦੀ ਹਾਲਤ ਵੀ ਦੱਸੀ ਹੈ, ਸਿਰ ਤਲੈ ਪੈਰ ਉੱਪਰੇ ਵਸੰਦੋ ਕੋਹਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰਹਿ ਜਿਸ ਦਾ ਨਾਏ। ਕਿ ਸਿਰ ਜਿਹੜਾ ਉਹ ਹੇਠਾਂ ਨੂੰ ਅਤੇ ਪੈਰ ਜਿਹੜੇ ਉੱਪਰ ਨੂੰ ਹੈ, ਕਿੰਨਾ ਕੁ ਚਿਰ ਕੋਈ ਖੜ੍ਹ ਸਕਦਾ।
ਪਰ ਉੱਥੇ ਸ਼ਕਤੀ ਹੈ, ਉੱਥੇ ਕਲਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਹੈ। ਇੰਨਾ ਦੁੱਖ ਦੇ, ਇੰਨੇ ਸੰਕਟ ਦੇ ਸਮੇਂ ਦੇ ਵਿੱਚ ਵੀ ਉਹ ਪਰਮੇਸ਼ਰ ਵਾਹਿਗੁਰੂ ਸਾਡੀ ਰੱਖਿਆ ਕਰਦਾ। ਸਾਡੇ ਤੇ ਉਹ ਆਪਣੀ ਕਿਰਪਾ ਦੁਆਰਾ ਸਾਨੂੰ ਬਚਾ ਕੇ ਰੱਖਦਾ। ਉੱਥੇ ਫਿਰ ਸਤਿਗੁਰੂ ਜੀ ਕਹਿੰਦੇ ਇਹ ਜੀਵ ਪਰਮਾਤਮਾ ਦੇ ਨਾਲ ਬੜੇ ਵਾਅਦੇ ਕਰਦਾ, ਬੜੇ ਉੱਥੇ ਯਤਨ ਕਰਦਾ ਕਿ ਪਰਮੇਸ਼ਰ ਤੇਰਾ ਨਾਮ ਜਪੂੰਗਾ, ਬੜੇ ਇਕਰਾਰ ਕਰਕੇ ਆਉਂਦਾ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਉੱਥੋਂ ਬਾਹਰ ਆਉਂਦਾ, ਜਨਮ ਹੁੰਦਾ ਹੈ, ਤੇ ਫਿਰ ਜੀਵ ਦੀ ਕੈਸੀ ਹਾਲਤ ਬਣ ਜਾਂਦੀ ਹੈ। ਬਾਹਰ ਕਾਢ ਬਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ, ਜਦੋਂ ਉੱਥੋਂ ਜਨਮ ਹੋ ਕੇ ਬਾਹਰ ਆਉਂਦਾ, ਜਨਮ ਹੋ ਜਾਂਦਾ ਸਾਡਾ, ਤੇ ਬਾਹਰ ਕਾਢ ਬਿਖ ਪਸਰੀਆ ਪਿਆਰੇ, ਫਿਰ ਜਿਹੜੀ ਮਾਇਆ ਹੈ ਉਹ ਪਸਰ ਜਾਂਦੀ ਹੈ। ਮਾਇਆ ਜਿਹੜੀ ਆਪਣਾ ਪ੍ਰਭਾਵ ਜਿਹੜਾ ਉਹ ਪਾ ਦਿੰਦੀ ਹੈ। ਮਾਇਆ ਮੋਹ ਵਧਾਇਆ, ਮਾਇਆ ਦਾ ਮੋਹ ਵੱਧ ਜਾਂਦਾ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਿ ਜਦੋਂ ਜਨਮ ਹੁੰਦਾ ਤੇ ਲਿਵ ਟੁੱਟਦੀ ਹੈ, ਜਿਹੜੀ ਲਿਵ ਉਹ ਪਰਮਾਤਮਾ ਦੇ ਵਿੱਚ ਜੁੜੀ ਹੁੰਦੀ ਹੈ, ਅਭੇਦ ਹੁੰਦੀ ਹੈ, ਉਹ ਟੁੱਟਦੀ ਹੈ। ਜਦੋਂ ਉਹ ਟੁੱਟਦੀ ਹੈ ਤੇ ਫਿਰ ਜਿਹੜਾ ਨਾਮ ਤੋਂ ਦੂਰ ਗਿਆ ਉਹ ਮਾਇਆ ਦੇ ਅਧੀਨ ਚਲਿਆ ਜਾਂਦਾ। ਮਾਇਆ ਦਾ ਹੁਕਮ ਉਹਦੇ ਤੇ ਵਰਤ ਜਾਂਦਾ ਜਿਹੜਾ ਨਾਮ ਤੋਂ ਦੂਰ ਹੁੰਦਾ। ਇਸੇ ਕਰਕੇ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀਆਂ ਵਾਰਾਂ ਦੇ ਅੰਦਰ ਬਚਨ ਕੀਤੇ ਹਨ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਉਹ ਰੋਂਦਾ, ਉਹ ਤੇ ਇਸ ਕਰਕੇ ਰੋਂਦਾ, ਉਹ ਤੇ ਆਪ ਦਾ ਰੋਣਾ ਜਿਹੜਾ ਉਹ ਰੋਂਦਾ ਵੀ ਉਹਦੀ ਲਿਵ ਟੁੱਟ ਗਈ ਹੈ, ਉਹ ਪਰਮਾਤਮਾ ਤੋਂ ਵਿਛੜ ਗਿਆ। ਪਰ ਘਰਾਂ ਦੇ ਅੰਦਰ ਭਾਈ ਸਾਹਿਬ ਜੀ ਕਹਿੰਦੇ ਕਿ ਖੁਸ਼ੀਆਂ ਹੁੰਦੀਆਂ, ਖੁਸ਼ੀਆਂ ਮਨਾਈਆਂ ਜਾਂਦੀਆਂ। ਉਹ ਜਿੰਨਾ ਵੱਧ ਰੋਂਦਾ ਲੋਕ ਵੱਧ ਖੁਸ਼ ਹੁੰਦੇ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਐਸਾ ਮਾਇਆ ਦਾ ਉਹਦੇ ਤੇ ਪ੍ਰਭਾਵ ਪੈਂਦਾ, ਐਸਾ ਹੁਕਮ ਵਰਤਦਾ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ ਕਿ ਐਸਾ ਮਾਇਆ ਦਾ ਹੁਕਮ ਵਰਤਦਾ ਜੀਵ ਦੇ ਉੱਤੇ। ਫਿਰ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਜਿਹੜੇ ਇਹਨੇ ਬਚਨ ਕੀਤੇ ਹੈ, ਜਿਹੜੇ ਕਰਾਰ ਕੀਤੇ ਹੈ ਕਿ ਤੇਰਾ ਨਾਮ ਜਪਾਂਗੇ, ਤੇਰੀ ਬੰਦਗੀ ਕਰਾਂਗੇ, ਉਹ ਮਾਇਆ ਐਸਾ ਪਰਦਾ ਪਾਉਂਦੀ ਹੈ, ਸਾਰੇ ਹੀ ਭੁੱਲ ਜਾਂਦਾ ਹੈ। ਜਿਸਨੂੰ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ, ਜਿਨ੍ਹਾਂ ਦੇ ਉੱਤੇ ਉਹ ਪਰਮੇਸ਼ਰ ਨੇ ਆਪਣਾ ਕਰਮ ਕਹੀਏ ਕਿਰਪਾ ਕੀਤੀ ਹੈ, ਕਰਮ ਬਖਸ਼ੀ ਕੀਤੀ ਹੈ, ਜਿਨ੍ਹਾਂ ਦੇ ਉੱਤੇ ਆਪਣੀ ਰਹਿਮਤ ਦੀ ਨਿਗਾਹ ਕੀਤੀ ਹੈ, ਤਿਸ ਪੂਰਾ ਗੁਰੂ ਮਿਲਾਇਆ, ਉਹਨਾਂ ਨੂੰ ਪੂਰਾ ਗੁਰੂ ਮਿਲ ਜਾਂਦਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 10 ਸਰੂਪਾਂ ਦੇ ਅੰਦਰ ਸਤਿਗੁਰਾਂ ਨੇ ਇਹੀ ਉਪਦੇਸ਼ ਬਖਸ਼ਿਸ਼ ਕੀਤੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਰਿਆਦਾ ਕਾਇਮ ਕੀਤੀ। ਉਹ ਮਰਿਆਦਾ ਸਤਿਗੁਰਾਂ ਨੇ ਕੀ ਕਾਇਮ ਕੀਤੀ ਕਿ ਜਿਸ ਸਮੇਂ ਵੀ ਬੱਚੇ ਦਾ ਜਨਮ ਹੁੰਦਾ, ਸਭ ਤੋਂ ਪਹਿਲਾਂ ਉਹਦੇ ਕੰਨਾਂ ਦੇ ਵਿੱਚ ਗੁਰਮੰਤਰ, ਮੂਲ ਮੰਤਰ ਦਾ ਜਾਪ ਪਾਉਣਾ, ਇਹ ਮਰਿਆਦਾ ਹੈ। ਇਸੇ ਪ੍ਰਕਾਰ ਹੀ ਫਿਰ ਗੁਰੂ ਘਰੇ ਅਰਦਾਸ ਕਰਾਉਣੀ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਾਉਣੀਆਂ। ਮਾਤਾ ਨੇ ਵੀ ਭਜਨ ਪਾਠ ਕਰਨਾ, ਘਰ ਦੇ ਅੰਦਰ ਭਜਨ ਪਾਠ ਉਨਾ ਚਿਰ ਚੱਲਦਾ ਰਹਿਣਾ। ਇਸੇ ਪ੍ਰਕਾਰ ਹੀ ਆਪਣੇ ਜੀਵਨ ਦੇ ਅੰਦਰ ਨਿਤਨੇਮ ਬਣਾ ਕੇ ਰੱਖਣਾ, ਘਰ ਦੇ ਅੰਦਰ ਉਹ ਗੁਰਸਿੱਖੀ ਵਾਲਾ ਮਾਹੌਲ ਬਣਾ ਕੇ ਰੱਖਣਾ। ਇਹ ਸਭ ਚੀਜ਼ਾਂ ਜਿਹੜੀਆਂ ਹਨ ਇਹ ਗੁਰੂ ਦੀ ਕਿਰਪਾ ਲੈਣ ਵਾਸਤੇ, ਚੰਗੀ ਸੰਤਾਨ ਲੈਣ ਵਾਸਤੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਪੂਰਨ ਰਹਿਮਤ ਹੁੰਦੀ ਹੈ, ਤਿਸ ਪੂਰਾ ਗੁਰੂ ਮਿਲਾਇਆ, ਉਹਨਾਂ ਨੂੰ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ। ਸੋ ਆਰਾਧੇ ਸਾਸ ਸਾਸ ਪਿਆਰੇ, ਰਾਮ ਨਾਮ ਲਿਵ ਲਾਇਆ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ, ਫਿਰ ਉਹ ਆਰਾਧੇ ਸਾਸ ਸਾਸ, ਉਹ ਫਿਰ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਦੇ। ਇਸੇ ਪ੍ਰਕਾਰ ਹੀ ਜਿਹੜਾ ਜੀਵ
ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਦਾ, ਰਾਮ ਨਾਮ ਲਿਵ ਲਾਇਆ, ਉਹਦੀ ਰਾਮ ਦੇ ਨਾਮ ਦੇ ਵਿੱਚ ਲਿਵ ਲੱਗਦੀ ਹੈ। ਇੱਥੋਂ ਤੱਕ ਵੀ ਦੱਸਿਆ ਜਾਂਦਾ ਕਿ ਮਾਤਾ ਦੇ ਸਵਾਸਾਂ ਦੇ ਨਾਲ ਬੱਚੇ ਦੇ ਸਵਾਸਾਂ ਦਾ ਸੰਬੰਧ ਹੁੰਦਾ। ਜਿਹੜੀ ਮਾਤਾ ਆਪਣੇ ਸਵਾਸਾਂ ਦੇ ਨਾਲ ਪਰਮੇਸ਼ਰ ਦਾ ਨਾਮ ਚਿੰਤਨ ਕਰਦੀ ਹੈ, ਅਭਿਆਸ ਕਰਦੀ ਹੈ, ਉਹ ਸੰਤਾਨ ਦਾ ਵੀ ਹੁੰਦਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹੈ, ਸੋ ਆਰਾਧੇ ਸਾਸ ਸਾਸ ਪਿਆਰੇ। ਹੇ ਪਿਆਰੇ ਜੀਵ, ਸਾਸ ਸਾਸ ਆਉਂਦੇ ਜਾਂਦੇ ਸਵਾਸ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰੀਏ, ਰਾਮ ਨਾਮ ਲਿਵ ਲਾਇਆ। ਫਿਰ ਜਿਹੜੀ ਲਿਵ ਹੈ ਸਾਡੀ, ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗੇਗੀ। ਜੇ ਅਸੀਂ ਲਿਵ ਦੇ ਵਾਲੇ ਪਾਸੇ ਧਿਆਨ ਨਹੀਂ ਦਿੰਦੇ ਤਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਆਉਂਦੇ ਹਨ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਝ ਹੋ, ਕਿਆ ਕਰਹਿ ਵਿਚਾਰੀਆ। ਸਤਿਗੁਰੂ ਜੀ ਕਹਿੰਦੇ ਇਹ ਦੇਹ ਸਰੀਰ ਜਿਹੜਾ, ਜੇ ਅਸੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਨਹੀਂ ਲਾ ਰਹੇ, ਉੱਧਰਲੇ ਪਾਸੇ ਨਹੀਂ ਕੋਸ਼ਿਸ਼ ਕਰ ਰਹੇ, ਤੇ ਇਹ ਦੇਹ ਦਾ ਵੀ ਕੋਈ ਲਾਭ ਨਹੀਂ, ਦੇਹਧਾਰੀ ਦਾ ਵੀ ਕੋਈ ਫਾਇਦਾ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਰਾਮ ਦੇ ਵਿੱਚ ਨਾਮ ਦੇ ਵਿੱਚ ਲਿਵ ਲਾਉਣੀ। ਲਿਵ ਲਾਉਣ ਵਾਸਤੇ ਸਾਧੂ ਮਹਾਤਮਾ ਦੱਸਦੇ ਹਨ ਕਿ ਕੁਝ ਗੁਣ ਹੁੰਦੇ ਆ, ਕੁਝ ਨਿਯਮ ਹੁੰਦੇ ਆ। ਸਭ ਤੋਂ ਪਹਿਲਾਂ ਸਾਡੇ ਅੰਦਰ ਸ਼ਰਧਾ ਜਿਹੜੀ ਆ ਉਹ ਪੂਰਨ ਹੋਵੇ, ਫਿਰ ਸਾਡੇ ਅੰਦਰ ਵਿਸ਼ਵਾਸ ਹੋਵੇ, ਫਿਰ ਸਾਡੇ ਅੰਦਰ ਪ੍ਰੇਮ ਹੋਵੇ, ਤੇ ਗੁਰੂ ਤੇ ਭਰੋਸਾ ਹੋਵੇ। ਇਹ ਚੀਜ਼ਾਂ ਦੁਆਰਾ ਉਹ ਰਾਮ ਦੇ ਨਾਮ ਦੇ ਵਿੱਚ ਲਿਵ ਲੱਗਦੀ ਹੈ। ਲਿਵ ਕਹਿੰਦੇ ਆ ਜਿਵੇਂ ਤੇਲ ਦੀ ਧਾਰ ਹੁੰਦੀ ਹੈ, ਸਰੋਂ ਦੇ ਤੇਲ ਦੀ ਧਾਰ ਇਕਸਾਰ ਹੁੰਦੀ ਹੈ, ਉਹਦੇ ਵਿੱਚ ਕੋਈ ਹਿਲਚੁਲ ਨਹੀਂ ਹੁੰਦੀ, ਲਗਾਤਾਰ ਇੱਕ ਰਸ ਚੱਲਦੀ ਹੈ। ਉੱਦਾਂ ਪਰਮੇਸ਼ਰ ਦਾ ਨਾਮ ਸਾਡੇ ਅੰਦਰ ਚੱਲਣ ਲੱਗ ਪਵੇ, ਮਨ ਦੇ ਅੰਦਰ ਉਹ ਪਰਮੇਸ਼ਰ ਦਾ ਨਾਮ ਅੱਠੇ ਪਹਿਰ ਹੋਣ ਲੱਗ ਪਵੇ, ਉਹਨੂੰ ਲਿਵ ਕਹਿੰਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਐਸੀ ਦਾਤ ਜੀਵ ਨੂੰ ਪ੍ਰਾਪਤ ਹੁੰਦੀ ਹੈ। ਮਨ ਤਨ ਤੇਰੀ ਟੇਕ ਹੈ ਪਿਆਰੇ, ਮਨ ਤਨ ਤੇਰੀ ਟੇਕ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ, ਮਨ ਤਨ ਤੇਰੀ ਟੇਕ ਹੈ। ਸਾਡੇ ਮਨ ਅਤੇ ਤਨ ਨੂੰ ਪਰਮੇਸ਼ਰ ਵਾਹਿਗੁਰੂ ਤੇਰੀ ਹੀ ਟੇਕ ਕਹੀਏ, ਆਸਰਾ ਹੈ। ਸਾਡਾ ਮਨ ਵੀ ਪਰਮੇਸ਼ਰ ਦੇ ਆਸਰੇ ਹੈ। ਇਹ ਸਰੀਰ ਜਿਹੜਾ, ਸਰੀਰ ਦੇ ਅੰਦਰ, ਸਰੀਰ ਕਿਹਦੇ ਆਸਰੇ ਹੈ? ਸਵਾਸਾਂ ਆਸਰੇ ਹੈ। ਤੇ ਉਹ ਸਵਾਸ ਜਿਹੜੇ ਹੈ ਉਹ ਵੀ ਪਰਮੇਸ਼ਰ ਤੇਰੇ ਆਸਰੇ ਹਨ। ਤੁਧ ਬਿਨ ਅਵਰ ਨ ਕਰਨ ਹਾਰ ਪਿਆਰੇ, ਅੰਤਰਜਾਮੀ ਏਕ। ਸਤਿਗੁਰੂ ਜੀ ਕਹਿੰਦੇ ਹੈ ਪਰਮੇਸ਼ਰ ਵਾਹਿਗੁਰੂ ਤੇਰੇ ਤੋਂ ਬਿਨਾਂ ਅਵਰ ਨ ਕਰਨ ਹਾਰ, ਹੋਰ ਕੋਈ ਵੀ ਸੰਸਾਰ ਦੇ ਅੰਦਰ ਐਸੀ ਕਲਾ ਨੂੰ ਕਰਨ ਦੇ ਵਿੱਚ ਸਮਰੱਥ ਨਹੀਂ ਹੈ। ਕੈਸੀ ਕਲਾ? ਉਹ ਪਰਮੇਸ਼ਰ ਦੀ, ਕੈਸੀ ਖੇਡ ਹੈ? ਉਹ ਪਰਮੇਸ਼ਰ ਦੀ ਅਚਰਜ ਖੇਡ ਉਹਨੇ ਬਣਾਈ ਹੈ। ਕਿਵੇਂ ਸਾਡਾ ਸਰੀਰ ਦੀ ਬਣਤਰ ਬਣ ਜਾਂਦੀ ਹੈ, ਕਿਵੇਂ ਇਹ ਸਰੀਰ ਦੀ ਪਾਲਣਾ ਪੋਸ਼ਣਾ ਅੰਦਰ ਹੋ ਜਾਂਦੀ ਹੈ, ਇਹ ਕਿੱਡੀ ਖੇਡ ਉਹ ਪਰਮੇਸ਼ਰ ਨੇ ਰਚੀ ਹੈ, ਉਹ ਉਹੀ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਭ ਕੁਝ ਕਰਨ ਕਰਾਉਣ ਦੇ ਵਿੱਚ ਪਰਮੇਸ਼ਰ ਤੂੰ ਹੀ ਸਮਰੱਥ ਹੈ, ਤੇਰੇ ਤੋਂ ਬਿਨਾਂ ਹੋਰ ਦੂਸਰਾ ਨਹੀਂ ਹੈ। ਅੰਤਰਜਾਮੀ ਏਕ, ਅੰਦਰ ਦੀਆਂ ਜਾਣਨ ਵਾਲਾ, ਅੰਦਰ ਦਾ ਪ੍ਰੇਰਕ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਦਰ ਦਾ ਜਾਣਨ ਵਾਲਾ, ਅੰਦਰ ਦਾ ਪ੍ਰੇਰਕ ਪਰਮੇਸ਼ਰ ਵਾਹਿਗੁਰੂ ਤੂੰ ਹੀ ਇੱਕ ਹੈ। ਰਹਾਉ ਕੋਟ ਜਨਮ ਭ੍ਰਮ ਆਇਆ ਪਿਆਰੇ, ਅਨਕ ਜੋਨ ਦੁਖ ਪਾਏ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ, ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਕੇ ਹੈ ਪ੍ਰਮਾਤਮਾ ਵਾਹਿਗੁਰੂ ਅਸੀਂ ਇੱਕ ਜਨਮ ਨਹੀਂ, ਕੋਟ ਜਨਮ, ਕਰੋੜਾਂ ਹੀ ਜਨਮ ਭਰਮਦੇ ਹੋਏ ਤੇਰੇ ਦਰ ਤੇ ਆਏ हैं। ਭਾਵ ਕਿ ਇਹ ਮਨੁੱਖਾ ਸਰੀਰ ਸਾਨੂੰ ਪ੍ਰਾਪਤ ਹੋਇਆ। ਇਹ ਮਨੁੱਖਾ ਸਰੀਰ ਪ੍ਰਾਪਤ ਕਰਨ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਜਨਮ, ਕਿੰਨੀਆਂ ਕੁ ਜੂਨਾਂ ਅਸੀਂ ਧਾਰਨ ਕੀਤੀਆਂ। ਅਨਕ ਜੂਨ, ਅਨੇਕਾਂ ਹੀ ਜੂਨਾਂ ਦੇ ਅੰਦਰ ਦੁੱਖ ਪਾਏ, ਦੁੱਖ ਜਿਹੜਾ ਉਹਨੂੰ ਪ੍ਰਾਪਤ ਕੀਤਾ। ਕਿੰਨੀਆਂ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਹਨ। ਕਿਵੇਂ ਕੋਈ ਧਰਤੀ ਤੇ ਰੇਂਗ ਕੇ ਚੱਲਣ ਵਾਲੇ ਜੀਵ ਹਨ, ਇਸੇ ਪ੍ਰਕਾਰ ਹੀ ਕੋਈ ਕਿੱਦਾਂ ਦੀ ਜੂਨ ਹੈ, ਕੋਈ ਕਿੱਦਾਂ ਦੀਆਂ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ 84 ਲੱਖ ਜੂਨ ਹੈ ਪਰਮੇਸ਼ਰ ਦੀ ਰਚੀ ਹੋਈ। ਉਹ ਸਭ ਦੇ ਵਿੱਚ ਹੀ ਅਸੀਂ ਪਰਮੇਸ਼ਰ ਵਾਹਿਗੁਰੂ ਭਰਮਦੇ ਹੋਏ
ਅਨੇਕਾਂ ਜਨਮਾਂ ਨੂੰ ਧਾਰਨ ਕਰਦੇ ਹੋਏ, ਦੁੱਖ ਪਾਉਂਦੇ ਹੋਏ ਤੇਰੇ ਦਰ ਤੇ ਆਏ ਹਾਂ। ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੈ ਸਜਾਏ। ਸਤਿਗੁਰੂ ਜੀ ਕਹਿੰਦੇ ਮਨੁੱਖਾ ਜਨਮ ਧਾਰਨ ਕਰਕੇ ਇਹ ਪਿਆਰੇ ਜੀਵ ਜੇ ਸੱਚਾ ਸਾਹਿਬ ਵਿਸਰ ਗਿਆ। ਸਾਹਿਬ ਉਹ ਪਰਮੇਸ਼ਰ ਵਾਹਿਗੁਰੂ ਜੋ ਸਾਰਿਆਂ ਦੇ ਹਿਰਦੇ 'ਚ ਬਸਣ ਵਾਲਾ ਉਹ ਸਾਹਿਬ ਹੈ। ਐਸਾ ਜੋ ਸੱਚਾ ਸਾਹਿਬ ਪਰਮੇਸ਼ਰ ਵਾਹਿਗੁਰੂ ਉਹ ਭੁੱਲ ਗਿਆ ਤੈਨੂੰ ਤੇ ਬਹੁਤੀ ਮਿਲੈ ਸਜਾਏ। ਫਿਰ ਉਹ ਬਹੁਤੀ ਸਜ਼ਾ, ਬਹੁਤਾ ਦੁੱਖ ਜਿਹੜਾ ਉਹ ਮਿਲਦਾ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਇੱਕ ਜਨਮ ਦੇ ਨਹੀਂ, ਕਈ ਜਨਮਾਂ ਦੇ ਵਿਛੋੜੇ ਪੈ ਜਾਂਦੇ ਆ ਜਿਹੜਾ ਰੱਬ ਤੋਂ ਬੇਮੁਖ ਹੋ ਜਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਸੱਚੇ ਸਾਹਿਬ ਨੂੰ ਭੁਲਾ ਕੇ ਜੀਵ ਬਹੁਤੀ ਸਜ਼ਾ ਜਿਹੜੀ ਹੈ ਲੋਕ ਪਰਲੋਕ ਦੇ ਅੰਦਰ ਤੈਨੂੰ ਮਿਲਦੀ ਹੈ। ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ, ਸੇ ਲਾਗੇ ਸਾਚੈ ਨਾਏ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ ਜਿਨ੍ਹਾਂ ਦਾ ਮਿਲਾਪ ਪੂਰੇ ਸਤਿਗੁਰੂ ਨਾਲ ਹੋ ਜਾਂਦਾ, ਜਿਹੜੇ ਇਹ ਮਨੁੱਖਾ ਜਨਮ ਧਾਰਨ ਕਰਕੇ ਪੂਰੇ ਗੁਰੂ ਦੇ ਲੜ ਲੱਗ ਜਾਂਦੇ ਹੈ। ਸੇ ਲਾਗੇ ਸਾਚੈ ਨਾਏ, ਫਿਰ ਉਹ ਸੱਚੇ ਨਾਮ ਦੇ ਵਿੱਚ ਲੱਗ ਜਾਂਦੇ, ਕਿਉਂਕਿ ਗੁਰੂ ਕੀ ਕਰਦਾ ਸੱਚੇ ਨਾਮ ਦੇ ਵਿੱਚ ਹੀ ਲਾਉਂਦਾ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਦੇ ਅੰਦਰ ਅਵਤਾਰ ਧਾਰਨ ਕਰਕੇ ਜੀਵਾਂ ਦੇ ਤਾਈਂ ਉਪਦੇਸ਼ ਬਖਸ਼ਿਸ਼ ਕੀਤਾ ਕਿ ਨਾਮ ਜਪੋ। ਨਾਮ ਕਿਹਦਾ ਜਪੋ? ਅਕਾਲ ਪੁਰਖ ਪਰਮੇਸ਼ਰ ਦਾ ਜਪੋ। ਉਹ ਪਰਮਾਤਮਾ ਦੀ ਅਰਾਧਨਾ ਕਰੋ, ਅਕਾਲ ਪੁਰਖ ਦੀ ਪੂਜਾ ਕਰੋ। ਸੱਚਾ ਨਾਮ ਜਿਹੜਾ ਉਹ ਪਰਮੇਸ਼ਰ ਦਾ ਹੀ ਹੈ। ਇਸ ਕਰਕੇ ਸੱਚੇ ਨਾਮ ਦੇ ਵਿੱਚ ਗੁਰੂ ਆਪਣੇ ਸਿੱਖ ਨੂੰ, ਜੀਵ ਨੂੰ ਲਾ ਦਿੰਦਾ ਹੈ। ਤਿਨਾਂ ਪਿੱਛੇ ਛੁੱਟੀਐ ਪਿਆਰੇ, ਜੋ ਸਾਚੀ ਸਰਣਾਏ। ਸਤਿਗੁਰੂ ਜੀ ਕਹਿੰਦੇ ਨਾਮ ਦੀ ਐਸੀ ਬਰਕਤ ਹੈ ਕਿ ਜੇ ਇੱਕ ਜਪਣ ਵਾਲਾ ਹੈ, ਇੱਕ ਨਾਮ ਦਾ ਅਭਿਆਸ ਕਰਨ ਵਾਲਾ ਹੈ ਤੇ ਉਹਦੀ ਸੰਗਤ ਕਰਕੇ ਉਹਦੇ ਜਿਹੜਾ ਕਰਮ ਉਹਨੇ ਕੀਤਾ, ਜਿਹੜਾ ਅਭਿਆਸ ਉਹਨੇ ਕੀਤਾ, ਉਹਦੇ ਤੋਂ ਸੁਣ ਕੇ ਕੋਈ ਹੋਰ ਕਰ ਲਵੇ ਤੇ ਅਨੇਕਾਂ ਹੀ ਛੁੱਟ ਜਾਂਦੇ। ਨਾਮ ਦੀ ਐਸੀ ਮਹਾਨਤਾ ਹੈ। ਇੱਕ ਤੇ ਪੁਰਾਣੇ ਯੁੱਗਾਂ ਦੇ ਅੰਦਰ ਕੋਈ ਸਾਧਨ ਕਰਦਾ, ਕੋਈ ਜਲ ਧਾਰਾ ਕਰਦਾ, ਕੋਈ ਕੁਝ ਕਰਦਾ, ਉਹਨੂੰ ਹੀ ਲਾਭ ਸੀ, ਹੋਰ ਨੂੰ ਨਹੀਂ ਸੀ ਉਪਦੇਸ਼ ਦਿੰਦੇ। ਦੂਸਰੇ ਬੰਨੇ ਨਾਮ ਦੀ ਐਸੀ ਬਰਕਤ ਹੈ। ਸਤਿਗੁਰੂ ਜੀ ਕਹਿੰਦੇ ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਜਿੱਥੇ ਆਪ ਜਪਦਾ ਗੁਰੂ ਕਾ ਸਿੱਖ, ਉੱਥੇ ਹੋਰਾਂ ਨੂੰ ਜਪਾਉਂਦਾ। ਤੇ ਉਹ ਜਿਹੜੇ ਜਪਣ ਵਾਲੇ ਹਨ ਤਿੰਨਾਂ ਪਿੱਛੇ ਛੁੱਟੀਐ ਪਿਆਰੇ, ਉਹਨਾਂ ਦੇ ਪਿੱਛੇ ਇਹ ਪਿਆਰੇ ਜੀਵ ਅਨੇਕਾਂ ਛੁੱਟ ਜਾਂਦੇ। ਜੋ ਸਾਚੀ ਸਰਣਾਏ, ਜਿਹੜੇ ਸੱਚੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਜਾਂਦੇ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਇੱਕ ਕਣੀ। ਗੁਰਮੁਖ ਜਿਹੜੇ ਹੁੰਦੇ ਆ ਉਹ ਕਰੋੜਾਂ ਦਾ ਉਧਾਰ ਕਰ ਦਿੰਦੇ ਆ, ਜੁਗਤੀ ਦੱਸ ਕੇ, ਤਰੀਕਾ ਦੱਸ ਕੇ। ਇਸ ਕਰਕੇ ਸਤਿਗੁਰਾਂ ਦੇ ਆਪਾਂ ਬਚਨ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿੱਥੇ ਉਹਨਾਂ ਦੇ ਮੁਖ ਉਜਲੇ ਹੁੰਦੇ ਆ ਉੱਥੇ ਉਹ ਕਿਤਨਿਆਂ ਦੀ ਵੀ ਇਹ ਸੰਸਾਰ ਦੇ ਵਿੱਚੋਂ ਛੁੱਟੀ ਬੰਦ ਖਲਾਸੀ ਜਿਹੜੀ ਹੈ ਉਹ ਕਰ ਦਿੰਦੇ ਹਨ। ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਬਚਨ ਕਰਦੇ ਹਨ ਕਿ ਇਹ ਪਿਆਰੇ ਜੀਵ, ਇਹ ਸੰਸਾਰ ਦੇ ਸੁੱਖ ਜਿਹੜੇ ਆ ਤੂੰ ਮਿੱਠੇ ਕਰਕੇ ਖਾਧੇ, ਬੜੇ ਤੈਨੂੰ ਮਿੱਠੇ ਲੱਗੇ, ਸਵਾਦ ਲੱਗੇ ਤੇ ਤੂੰ ਖਾਧੇ, ਪਰ ਕੀ ਹੋਇਆ? ਤਿੰਨ ਤਨ ਕੀਤਾ ਰੋਗ। ਉਹਨਾਂ ਨੇ ਤੇਰੇ ਤਨ ਦੇ ਅੰਦਰ ਰੋਗ ਪੈਦਾ ਕਰ ਦਿੱਤਾ, ਬਿਮਾਰੀ ਪੈਦਾ ਕਰ ਦਿੱਤੀ। ਜਿਵੇਂ ਕਿਸੇ ਨੂੰ ਜ਼ੁਬਾਨ ਦਾ ਰਸ ਬਹੁਤਾ ਹੋਵੇ, ਉਹ ਇੱਕੋ ਚੀਜ਼ ਨੂੰ ਬਹੁਤੀ ਖਾਣ ਦੀ ਇੱਛਾ ਰੱਖੇ ਤੇ ਉਹਨੂੰ ਵਰਤੇ, ਉਹਦੇ ਨਾਲ ਕੀ ਹੁੰਦਾ? ਸਰੀਰ 'ਚ ਬਿਮਾਰੀ ਲੱਗ ਜਾਂਦੀ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਹਨ ਕਿ ਮਿੱਠਾ ਕਰਕੇ ਖਾਇਆ ਪਿਆਰੇ। ਇਹ ਸੰਸਾਰ ਦੇ ਸੁੱਖਾਂ ਨੂੰ ਤੂੰ ਮਿੱਠਾ ਕਰਕੇ, ਬੜੇ ਸਵਾਦਲੇ ਕਰਕੇ ਖਾਧਾ। ਤਿੰਨ ਤਨ ਕੀਤਾ ਰੋਗ। ਇਹਨਾਂ ਨੇ ਤੇਰੇ ਤਨ ਦੇ ਅੰਦਰ, ਸਰੀਰ ਦੇ ਅੰਦਰ ਰੋਗ ਜਿਹੜੇ ਆ, ਬਿਮਾਰੀਆਂ ਜਿਹੜੀਆਂ ਉਹ ਪੈਦਾ ਕਰ ਦਿੱਤੀਆਂ। ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਿਆ ਸੋਗ। ਸਤਿਗੁਰੂ ਜੀ ਕਹਿੰਦੇ ਖਾਧਾ ਸੀ ਜਿਹੜਾ ਉਹ ਜੀਭ ਦੇ ਸਵਾਦ ਵਾਸਤੇ ਮਿੱਠਾ ਲੱਗਿਆ,
ਪਰ ਕੀ ਹੋਇਆ, ਜਦੋਂ ਅੰਦਰ ਗਿਆ ਤੇ ਕੌੜਾ ਬਣ ਗਿਆ, ਪ੍ਰਤਿਸ਼ਠਿਆ, ਸਾਰੇ ਸਰੀਰ 'ਚ ਫੈਲ ਗਿਆ। ਤੇ ਫੈਲਣ ਕਰਕੇ ਕੀ ਹੋਇਆ, ਤਿਸ ਤੇ ਉਪਜਿਆ ਸੋਗ, ਮਨ ਦੇ ਵਿੱਚੋਂ ਵੀ ਸੋਗ ਤੇ ਗਮੀ ਪੈਦਾ ਹੋ ਗਈ। ਜਿਵੇਂ ਕੋਈ ਬਹੁਤਾ ਮਿੱਠਾ ਖਾਣ ਵਾਲਾ, ਕੋਈ ਬਹੁਤਾ ਮਿੱਠੇ ਨੂੰ ਵਰਤਣ ਵਾਲਾ, ਬੜੇ ਸਵਾਦ ਨਾਲ ਉਹ ਖਾਈ ਜਾਂਦਾ, ਸਮਝਾਉਂਦੇ ਵੀ ਆ ਵੀ ਨਹੀਂ ਜ਼ਿਆਦਾ ਮਿੱਠਾ ਨੁਕਸਾਨ ਕਰਦਾ, ਨਹੀਂ ਖਾਈ ਜਾਂਦਾ। ਫਿਰ ਕੀ ਹੁੰਦਾ, ਉਹ ਸਰੀਰ ਦੇ ਵਿੱਚੋਂ ਬਾਹਰ ਨਿਕਲਦਾ। ਉਹਦਾ ਰੂਪ ਕੀ ਬਣਦਾ, ਸਰੀਰ ਦੇ ਉੱਤੇ ਫੋੜੇ, ਫਿੰਸੀਆਂ ਨਿਕਲਦੀਆਂ। ਫਿਰ ਜਦੋਂ ਉਹ ਵੇਖਦਾ ਉਹਨਾਂ ਨੂੰ, ਫਿਰ ਮਨ ਦੇ ਵਿੱਚ ਸੋਗ ਆਉਂਦਾ, ਗਮੀ ਆਉਂਦੀ ਹੈ ਵੀ ਗੱਲ ਤਾਂ ਉਹੀ ਹੋ ਗਈ, ਵੀ ਇਹਦੇ ਦੁਆਰਾ ਤੇ ਸਰੀਰ ਦੇ ਵਿੱਚ ਰੋਗ ਪੈਦਾ ਹੁੰਦੇ। ਇਸੇ ਕਰਕੇ ਭਗਤ ਫਰੀਦ ਸਾਹਿਬ ਜੀ ਦੇ ਬਚਨ ਆਉਂਦੇ ਹਨ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਜਿਵੇਂ ਕੋਈ ਜ਼ਹਿਰ ਦੀਆਂ ਗੰਦਲਾਂ ਹੋਣ, ਉਹਨਾਂ ਦੇ ਉੱਤੇ ਖੰਡ ਦੀ ਕੋਈ ਕੋਟ ਚਾੜ ਦੇਵੇ, ਕੋਟਿੰਗ ਕਰ ਦੇਵੇ, ਤੇ ਉਹ ਮਿੱਠੀਆਂ ਕਰਕੇ ਜੀਵ ਖਾਈ ਜਾਏ, ਤੇ ਹੈ ਤੇ ਉਹ ਜ਼ਹਿਰ। ਅੰਦਰ ਜਾ ਕੇ ਉਹਨੇ ਸਰੀਰ ਦੇ ਵਿੱਚੋਂ, ਸਰੀਰ ਦੇ ਪ੍ਰਾਣ ਵੀ ਕਈ ਵਾਰ ਚਲੇ ਜਾਂਦੇ। ਜ਼ਹਿਰ ਐਸੀ ਖਤਰਨਾਕ ਚੀਜ਼ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ, ਇਹ ਜਿਹੜੇ ਸੁੱਖ ਹਨ ਸੰਸਾਰ ਦੇ, ਮਾਇਆ ਦੇ, ਕਾਮ ਦਾ ਸੁੱਖ ਹੈ, ਇਸੇ ਪ੍ਰਕਾਰ ਹੀ ਹੋਰ ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਦਾ ਸੁੱਖ ਹੈ। ਨਿੰਦਿਆ ਦਾ ਬੜਾ ਸੁੱਖ ਹੈ ਜੀਵ ਨੂੰ, ਇਹਦੇ 'ਚੋਂ ਹੀ ਰਸ ਲਈ ਜਾਂਦੇ। ਇਸੇ ਪ੍ਰਕਾਰ ਹੀ ਕਿਸੇ ਨੂੰ ਫਿੱਕਾ ਬੋਲਣਾ, ਇਹਦੇ ਵਿੱਚ ਵੀ ਰਸ ਸਮਝਦੇ ਹੈ। ਹੰਕਾਰ ਦੇ ਵਿੱਚ ਵੀ ਰਸ ਹੈ, ਲੋਭ ਦੇ ਵਿੱਚ ਵੀ ਰਸ ਹੈ। ਇਹ ਸਭ ਚੀਜ਼ਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਇਹਨਾਂ ਦੇ ਰਸ ਐਡੇ ਪ੍ਰਬਲ ਹੈ ਕਿ ਜੀਵ ਜਿਹੜਾ ਇਹਨਾਂ ਵੱਲ ਆਪਣੇ ਆਪ ਹੀ ਲੁਭਾਏਮਣ ਹੋ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਨੂੰ ਮਿੱਠੇ ਕਰਕੇ, ਸੁਖੀ ਜਾਣ ਕੇ ਜੀਵ ਇਹਨਾਂ ਦੇ ਵਿੱਚ ਪ੍ਰਵਿਰਤ ਹੁੰਦਾ, ਤੇ ਬਾਅਦ ਦੇ ਵਿੱਚ ਇਹ ਸਰੀਰ ਦੇ ਵਿੱਚ ਰੋਗ ਜਿਹੜੇ ਆ ਪੈਦਾ ਹੁੰਦੇ ਆ। ਫਿਰ ਗਮੀ ਜਿਹੜੀ ਹੈ, ਮਨ ਦੇ ਅੰਦਰ ਸੋਗ ਜਿਹੜਾ ਉਹ ਪੈਦਾ ਹੁੰਦਾ ਹੈ। ਭੋਗ ਪੁੰਝਾਏ ਭੁਲਾਇਣ ਪਿਆਰੇ, ਉਤਰੈ ਨਹੀਂ ਵਿਜੋਗ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਇੰਨੇ ਭੋਗ ਜੀਵ ਨੂੰ ਜਿਹੜੇ ਆ ਭੋਗਣ ਵਾਸਤੇ ਦੇ ਦਿੰਦਾ ਵੀ ਉਹ ਰੱਬ ਤੋਂ ਹੀ ਭੁੱਲ ਜਾਂਦਾ। ਇਹ ਪਿਆਰੇ ਜੀਵ, ਉਹ ਪਰਮੇਸ਼ਰ ਵਾਹਿਗੁਰੂ ਤਰ੍ਹਾਂ ਤਰ੍ਹਾਂ ਦੇ ਪਦਾਰਥ ਹੈ ਸੰਸਾਰ ਦੇ ਅੰਦਰ ਉਹਨੇ ਬਣਾਏ ਹੈ। ਸੰਸਾਰ ਦੇ ਅੰਦਰ ਉਹਨੇ ਐਸੇ ਸੁੱਖ ਬਣਾਏ ਹੈ, ਐਸੀ ਉਹਨੇ ਮਾਇਆ ਰਚੀ ਹੈ। ਇਹਨਾਂ ਦੇ ਸੁੱਖਾਂ ਦੇ ਵਿੱਚ ਜਦੋਂ ਜੀਵ ਪੈ ਜਾਂਦਾ, ਫਿਰ ਉਹ ਪਰਮੇਸ਼ਰ ਭੁੱਲ ਜਾਂਦਾ। ਉਤਰੈ ਨਹੀਂ ਵਿਜੋਗ। ਫਿਰ ਸਤਿਗੁਰੂ ਜੀ ਕਹਿੰਦੇ ਐਸਾ ਵਿਛੋੜਾ ਪੈਂਦਾ ਕਿ ਉਹ ਉਤਰਦਾ ਹੀ ਨਹੀਂ, ਫਿਰ ਉਹ ਪਰਮੇਸ਼ਰ ਦੇ ਨਾਲ ਮੇਲ ਹੁੰਦਾ ਹੀ ਨਹੀਂ। ਇਸੇ ਕਰਕੇ ਧਾਰਮਿਕ ਵਿਦਵਾਨਾਂ ਨੇ, ਭਰਤਰੀ ਹਰੀ ਜੀ ਨੇ ਆਪਣੇ ਗ੍ਰੰਥ ਦੇ ਅੰਦਰ ਬਚਨ ਕੀਤੇ ਆ, ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਣ ਹੇਤ ਜਗਦੀਸ਼ ਦਿਓ। ਕਹਿੰਦੇ ਸਰੀਰ ਪਰਮੇਸ਼ਰ ਨੇ ਚਿੰਤਨ ਕਰਨ ਵਾਸਤੇ, ਪਰਮੇਸ਼ਰ ਦਾ ਉਹਦਾ ਅਭਿਆਸ ਕਰਨ ਵਾਸਤੇ, ਉਹਦਾ ਨਾਮ ਜਪਣ ਵਾਸਤੇ ਦਿੱਤਾ, ਨਾ ਕਿ ਭੋਗਾਂ ਨੂੰ ਭੋਗਣ ਵਾਸਤੇ। ਇਸ ਕਰਕੇ ਸੰਸਾਰ ਦੇ ਸੁੱਖਾਂ ਦੇ ਵਿੱਚੋਂ ਉਪਰਾਮ ਹੋਣਾ, ਮਨ ਦਾ ਨਿਕਲਣਾ, ਕਿਉਂਕਿ ਮਨ ਹੈ ਜਿਹੜਾ ਇਹੀ ਸਾਰੇ ਰਸ ਲੈਂਦਾ। ਮਨ ਜਿਹੜਾ ਇਹੀ ਵੇਖਣ ਦਾ ਸਵਾਦ ਲੈਂਦਾ, ਸੁਣਨ ਦਾ ਰਸ ਲੈਂਦਾ, ਜੀਭ ਦਾ ਰਸ ਇਹ ਵੀ ਮਨ ਨੂੰ ਹੀ ਆਉਂਦਾ। ਬੰਦਾ ਉਹੀ ਹੈ, ਬੜੇ ਸਵਾਦ ਦੇ ਨਾਲ ਚੀਜ਼ਾਂ ਨੂੰ ਖਾਂਦਾ, ਮਾੜਾ ਜਿਹਾ ਬੁਖਾਰ ਚੜ੍ਹ ਜੇ ਫਿਰ ਕਹਿੰਦਾ ਨਹੀਂ ਮੂੰਹ ਕੌੜਾ ਹੋ ਗਿਆ, ਰੋਟੀ ਵੀ ਨਹੀਂ ਚੰਗੀ ਲੱਗਦੀ। ਅੰਦਰੋਂ ਮਨ 'ਤੇ ਪ੍ਰਭਾਵ ਪੈ ਜਾਂਦਾ। ਮਨ ਜਿਹੜਾ ਉਹੀ ਤਰ੍ਹਾਂ ਤਰ੍ਹਾਂ ਦੇ ਸੁੱਖਾਂ ਨੂੰ ਲੈਣ ਵਾਲਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਤਰੈ ਨਹੀਂ ਵਿਜੋਗ। ਫਿਰ ਐਸਾ ਵਿਛੋੜਾ ਪੈਂਦਾ ਪ੍ਰਮਾਤਮਾ ਦੇ ਨਾਲੋਂ, ਉਹ ਦੂਰ ਨਹੀਂ ਹੁੰਦਾ। ਜੋ ਗੁਰ ਮੇਲ ਉਧਾਰਿਆ ਭਾਈ, ਜੋ ਗੁਰ ਮੇਲ ਉਧਾਰਿਆ ਪਿਆਰੇ, ਤਿਨ ਧੁਰੇ ਪਿਆ ਸੰਜੋਗ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ, ਜਿਹੜਾ ਗੁਰੂ ਦੇ ਨਾਲ ਮਿਲ ਜਾਂਦਾ, ਜਿਨ੍ਹਾਂ ਨੂੰ ਗੁਰੂ ਆਪਣੇ ਨਾਲ ਮੇਲ ਲੈਂਦਾ, ਉਹੀ ਉਧਾਰਿਆ, ਉਹ ਤਰ ਜਾਂਦੇ। ਤਿੰਨ ਧੁਰੇ ਪਿਆ ਸੰਜੋਗ, ਉਹਨਾਂ ਦਾ ਸੰਜੋਗ ਜਿਹੜਾ ਉਹ ਪਰਮੇਸ਼ਰ ਨੇ ਧੁਰੋਂ ਹੀ ਪਾ ਦਿੱਤਾ। ਗੁਰੂ ਨੇ ਕੀ ਕਰਨਾ, ਗੁਰੂ ਸਾਹਿਬਾਨ ਜੀ ਨੇ ਆਪਣੀ ਪਾਵਨ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਨੇ। ਉਹਨਾਂ ਉਪਦੇਸ਼ਾਂ ਦੁਆਰਾ ਸਾਡੇ ਮਨ ਦੇ ਵਿੱਚੋਂ ਜਿਹੜਾ ਇਹ ਵਿਸ਼ਿਆਂ ਦਾ ਸੁੱਖ ਹੈ ਇਹ ਦੂਰ ਹੋਣਾ, ਉਪਰਾਮ ਹੋਣੀ ਹੈ ਬਿਰਤੀ। ਕਿਉਂਕਿ ਵਿਰਾਗ ਤੇ ਤਿਆਗ ਤੋਂ ਬਿਨਾਂ ਸਾਡਾ ਮਨ ਭਗਤੀ ਵਾਲੇ ਪਾਸੇ ਨਹੀਂ ਆਉਂਦਾ।
ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਆਪਾਂ ਪੜ੍ਹਦੇ ਹਾਂ, ਸਾਰੀ ਦੇ ਅੰਦਰ ਹੀ ਸਤਿਗੁਰਾਂ ਨੇ ਤਿਆਗ ਤੇ ਵਿਰਾਗ ਦਾ ਉਪਦੇਸ਼ ਬਖਸ਼ਿਸ਼ ਕੀਤਾ। ਭੋਗ ਦੇ ਸ਼ਲੋਕ ਆਪਾਂ ਸਰਵਣ ਕਰਦੇ ਹਾਂ ਤੇ ਸਾਰਿਆਂ ਦੇ ਭੋਗ ਦੇ ਸ਼ਲੋਕਾਂ ਦੇ ਅੰਦਰ ਸਤਿਗੁਰਾਂ ਨੇ ਤਿਆਗ ਤੇ ਵਿਰਾਗ ਦਾ ਉਪਦੇਸ਼ ਬਖਸ਼ਿਸ਼ ਕੀਤਾ ਕਿ ਹੇ ਮਨਾ, ਵਾਰ-ਵਾਰ ਇਸ ਮਨ ਨੂੰ ਸੰਬੋਧਨ ਕਰਕੇ ਕਿ ਹੇ ਮਨਾ, ਇਹ ਤੈਨੂੰ ਸਰੀਰ ਦਿੱਤਾ ਹੋਇਆ, ਹੇ ਮਨਾ ਤੂੰ ਇਹ ਸੰਸਾਰ ਦੇ ਸੁੱਖਾਂ ਦੇ ਵਿੱਚ ਪੈ ਗਿਆ, ਹੇ ਮਨਾ ਤੂੰ ਉਹ ਪਰਮੇਸ਼ਰ ਦਾ ਚਿੰਤਨ ਕਰ। ਇਸ ਕਰਕੇ ਉਹ ਸਾਰੇ ਉਪਦੇਸ਼ ਸਾਡੇ ਮਨ ਦੇ ਅੰਦਰ ਵਿਰਾਗ ਪੈਦਾ ਕਰਨ ਵਾਸਤੇ, ਤਿਆਗ ਪੈਦਾ ਕਰਨ ਵਾਸਤੇ, ਕਿਉਂਕਿ ਮਨ ਨੇ ਪਕੜ ਛੱਡਣੀ ਹੈ। ਜਦੋਂ ਮਨ ਦੇ ਅੰਦਰ ਵਿਰਾਗ ਤੇ ਤਿਆਗ ਪੈਦਾ ਹੋ ਗਿਆ, ਫਿਰ ਸੰਜੋਗ ਜਿਹੜਾ ਉਹ ਪਰਮੇਸ਼ਰ ਦੇ ਨਾਲ ਬਣ ਜਾਂਦਾ। ਗੁਰੂ ਸਾਹਿਬਾਨ ਸੰਜੋਗ ਬਣਾ ਦਿੰਦੇ। ਇਸ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਆ, ਜੈਸਾ ਗੁਰ ਉਪਦੇਸਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਕਹਿੰਦੇ ਆ ਵਿਚੋਲੇ ਨੂੰ। ਜਿਵੇਂ ਵਿਚੋਲਾ ਸੰਸਾਰ ਦੇ ਅੰਦਰ ਸੰਜੋਗ ਜਿਹੜੇ ਹੈ ਉਹ ਬਣੇ ਤਾਂ ਪਹਿਲਾਂ ਹੀ ਹੁੰਦੇ, ਉਹ ਉਹਨਾਂ ਦੇ ਵਿੱਚ ਜਿਹੜੀ ਕੋਈ ਹੁੰਦੀ ਹੈ ਕਮੀ ਪੇਸ਼ੀ ਉਹ ਕੱਢ ਦਿੰਦਾ, ਦੂਰ ਕਰ ਦਿੰਦਾ ਤੇ ਜੋੜ ਦਿੰਦਾ। ਇਸੇ ਪ੍ਰਕਾਰ ਹੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਸਤਿਗੁਰੂ ਸਾਹਿਬਾਨ ਵਿਛੜੇ ਤੇ ਆਪਾਂ ਪਰਮੇਸ਼ਰ ਤੋਂ ਹੈ, ਜੇ ਸੰਜੋਗ ਸੀ ਤੇ ਵਿਛੜੇ ਨੇ, ਪਰ ਮਿਲਾਉਂਦਾ ਜਿਹੜਾ ਹੈ ਉਹ ਸਤਿਗੁਰੂ ਸਾਹਿਬਾਨ ਹਨ। ਇਸ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਦੋਂ ਜੀਵ ਬੇਨਤੀਆਂ ਕਰਦਾ, ਅਰਦਾਸਾਂ ਕਰਦਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ, ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਂ। ਇੱਦਾਂ ਬੇਨਤੀਆਂ ਕਰਕੇ ਉਹ ਸੰਜੋਗ ਜਿਹੜਾ ਪਰਮੇਸ਼ਰ ਦੇ ਨਾਲ ਸਾਡਾ ਬਣ ਜਾਂਦਾ ਹੈ। ਮਾਇਆ ਲਾਲਚ ਅਟਿਆ ਪਿਆਰੇ, ਚਿਤ ਨ ਆਵਹਿ ਮੂਲ। ਸਤਿਗੁਰੂ ਜੀ ਕਹਿੰਦੇ, ਹੇ ਪਿਆਰੇ ਜੀਵ, ਤੇਰਾ ਮਨ ਜਿਹੜਾ ਉਹ ਮਾਇਆ ਦੇ ਲਾਲਚ ਕਰਕੇ ਅਟਿਆ ਕਹੀਏ ਭਰਿਆ ਹੋਇਆ। ਮਨ ਦੀ ਹਰ ਸਮੇਂ ਮੰਗ ਕੀ ਹੁੰਦੀ ਹੈ ਕਿ ਮਾਇਆ 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 ਮਨਹੁ ਨ ਵੀਸਰੈ, ਮੰਗੈ ਦਮਾ ਦਮ। ਹਰ ਇੱਕ ਸਵਾਸ ਦੇ ਨਾਲ ਮਨ ਦੇ ਅੰਦਰੋਂ ਮੰਗ ਹੀ ਮਾਇਆ ਦੀ ਹੁੰਦੀ। ਮਾਇਆ ਦੇ ਰੂਪ ਬੜੇ, ਸਾਰੀ ਮਾਇਆ ਦੇ ਹੀ ਰੂਪ ਹੈ। ਜੇ ਮਨ ਦੇ ਅੰਦਰੋਂ ਕੁਝ ਮਾੜਾ ਵੇਖਣ ਦੀ ਇੱਛਾ ਪੈਦਾ ਹੋ ਰਹੀ ਹੈ ਤੇ ਉਹ ਵੀ ਮਾਇਆ ਹੀ ਹੈ। ਜੇ ਕੁਝ ਮਾੜਾ ਸੁਣਨ ਦੀ ਇੱਛਾ ਪੈਦਾ, ਉਹ ਵੀ ਮਾਇਆ। ਕੁਝ ਮਾੜਾ ਖਾਣ ਦੀ ਇੱਛਾ, ਉਹ ਵੀ ਮਾਇਆ। ਇਹ ਮਨ ਜਿਹੜਾ ਮਾਇਆ ਦੇ ਹੀ ਅਧੀਨ ਮਿਲਿਆ ਹੋਇਆ। ਮਾਇਆ ਲਾਲਚ ਅਟਿਆ ਪਿਆਰੇ। ਅਟਿਆ ਦਾ ਅਰਥ ਹੁੰਦਾ ਭਰਿਆ ਹੋਇਆ। ਪੂਰਨ ਰੂਪ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਤੇਰਾ ਮਨ ਜਿਹੜਾ ਉਹ ਮਾਇਆ ਦੇ ਵਿੱਚ ਭਰਿਆ ਪਿਆ। ਚਿੱਤ ਨਾ ਆਵਹਿ ਮੂਲ। ਜਿਹੜਾ ਇਸ ਮਨ ਦਾ ਮੁੱਢ ਹੈ, ਮਨ ਦੀਆਂ ਜੜ੍ਹਾਂ ਜਿਹੜੀਆਂ ਹਨ ਉਹ ਕੀ ਹੈ? ਜੋਤੀ ਸਰੂਪ ਪਰਮੇਸ਼ਰ। ਉਹ ਨਹੀਂ ਚੇਤੇ ਆਉਂਦਾ। ਚਿੱਤ ਨਾ ਆਵਹਿ, ਉਹਨੂੰ ਆਪਣੇ ਚਿੱਤ ਦੇ ਵਿੱਚ ਨਹੀਂ ਲੈ ਕੇ ਆਉਂਦਾ ਕਿ ਇਹ ਮਨ ਜਿਹੜਾ ਵਿਸ਼ਿਆਂ ਵੱਲ ਭੱਜਦਾ ਜਾ ਰਿਹਾ, ਇਸ ਮਨ ਦੇ ਪਿੱਛੇ ਵੀ ਕੋਈ ਸ਼ਕਤੀ ਹੈ। ਜਿਵੇਂ ਸਾਧੂ ਮਹਾਤਮਾ ਦੱਸਦੇ ਹਨ, ਕਿਸੇ ਮਹਾਤਮਾ ਦੇ ਪਾਸ ਕਿਸੇ ਜਿਗਿਆਸੂ ਨੇ ਸਵਾਲ ਕੀਤਾ, ਕਹਿੰਦਾ ਜੀ ਕਿ ਨਾਮ ਜਪਦੇ ਐ, ਬਾਣੀ ਪੜ੍ਹਦੇ ਐ ਤੇ ਮਨ ਨਹੀਂ ਖੜਦਾ, ਮਨ ਨਹੀਂ ਟਿਕਦਾ। ਆਮ ਹੀ ਸਾਡੇ ਜਦੋਂ ਆਪਾਂ ਬਾਣੀ ਪੜ੍ਹਨ ਲੱਗ ਜਾਈਏ, ਆਪਾਂ ਬਾਣੀ ਪੜ੍ਹ ਰਹੇ ਹਾਂ, ਮਨ ਜਿਹੜਾ ਉਹ ਕਿਸੇ ਹੋਰ ਦੇ ਨਾਲ ਹੋਰ ਥਾਂ 'ਤੇ ਜਾ ਕੇ ਗੱਲਾਂ ਕਰ ਰਿਹਾ ਹੁੰਦਾ। ਕੋਈ ਹੋਰ ਹੀ ਅੰਦਰ ਵਿਉਂਤ ਜਿਹੜੀ ਉਹ ਬਣਾ ਰਿਹਾ ਹੁੰਦਾ, ਹੋਰ ਪਾਸੇ ਤੁਰਿਆ ਫਿਰਦਾ, ਅਤੇ ਪੜ੍ਹ ਰਹੇ ਆਪਾਂ ਬਾਣੀ। ਉਹ ਜਗਿਆਸੂ ਨੇ ਮਹਾਤਮਾ ਪਾਸ ਬੇਨਤੀ ਕੀਤੀ ਕਿ ਮਹਾਰਾਜ ਇਹ ਦੱਸੋ ਵੀ ਇਹ ਕੀ ਗੱਲ ਹੈ? ਮਨ ਜਿਹੜਾ ਉਹ ਕਿਤੇ ਦੀ ਕਿਤੇ ਚਲਿਆ ਜਾਂਦਾ, ਬਾਣੀ ਪੜ੍ਹ ਰਹੇ ਹਾਂ। ਉਹ ਮਹਾਤਮਾ ਕਹਿਣ ਲੱਗੇ ਵੀ ਮਨ ਜਿਹੜਾ ਉਹ ਤੇ ਜਾਣਾ ਹੀ ਜਾਣਾ, ਮਨ ਦਾ ਤੇ ਸੁਭਾਅ ਹੈ। ਤੂੰ ਇਹ ਧਿਆਨ ਰੱਖ ਵੀ ਬਾਣੀ ਕੌਣ ਪੜ੍ਹ ਰਿਹਾ। ਇੱਕ ਤੇ ਮਨ ਜਿਹੜਾ ਉਹ ਜਾ ਰਿਹਾ ਆਸੇ ਪਾਸੇ, ਦੂਸਰਾ ਇਹ ਧਿਆਨ ਰੱਖ ਵੀ ਪੜ੍ਹ ਕੌਣ ਰਿਹਾ ਹੈ। ਉਹ ਮਨ ਦੇ ਵੀ ਮਗਰ ਹੈ, ਮਨ ਨੂੰ ਵੀ ਇੱਧਰ ਉੱਧਰ ਤੋਰਨ ਵਾਲਾ ਜਿਹੜਾ ਉਹ ਹੈ, ਜਿਹੜਾ ਬਾਣੀ ਪੜ੍ਹ ਰਿਹਾ, ਉਹਦਾ ਧਿਆਨ ਰੱਖ। ਫਿਰ ਸਤਿਗੁਰੂ ਜੀ ਕਹਿੰਦੇ ਇਹ ਹੈ ਸਾਵਧਾਨ ਇਕਾਗਰ ਚੀਤ।
ਜਦੋਂ ਚਿੱਤ ਦੀ ਇਕਾਗਰਤਾ ਬਣਦੀ ਹੈ ਤੇ ਫਿਰ ਮਨ ਜਿਹੜਾ ਇਹ ਵੀ ਭਟਕਣਾ ਵੱਲੋਂ ਰੋਕਦਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਚਿੱਤ ਨਾ ਆਵਹਿ ਮੂਲ। ਉਹ ਮੂਲ ਜੋ ਮੁੱਢ ਰੂਪ ਪਰਮੇਸ਼ਰ ਵਾਹਿਗੁਰੂ ਉਹਨੂੰ ਚੇਤੇ ਨਹੀਂ ਕਰਦਾ। ਮਾਇਆ ਦੇ ਵਿੱਚ ਹੀ ਮਨ ਜਿਹੜਾ ਉਹ ਪ੍ਰਵਿਰਤ ਰਹਿੰਦਾ ਹੈ। ਜਿਨ ਤੋਂ ਵਿਸਰਹਿ ਪਾਰ ਬ੍ਰਹਮ ਸੁਆਮੀ, ਸੇ ਤਨ ਹੋਏ ਧੂੜ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਨੂੰ ਤੂੰ ਭੁੱਲ ਜਾਂਦਾ ਹੈ, ਜਿਨ੍ਹਾਂ ਨੂੰ ਤੂੰ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜਿਹੜੇ ਤੈਨੂੰ ਭੁਲਾ ਦਿੰਦੇ ਹੈ, ਤੈਨੂੰ ਨਹੀਂ ਚੇਤੇ ਕਰਦੇ, ਫਿਰ ਲਾਭ ਕੀ ਉਹਨਾਂ ਨੂੰ ਮਿਲਦਾ, ਪ੍ਰਾਪਤੀ ਕੀ ਹੁੰਦੀ ਹੈ? ਸੇ ਤਨ ਹੋਏ ਧੂੜ। ਉਹਨਾਂ ਦੇ ਸਰੀਰ ਜਿਹੜੇ ਆ ਵਾਰ-ਵਾਰ ਧਾਰਨ ਕਰਨੇ ਤੇ ਧੂੜ ਮਿੱਟੀ ਦੇ ਅੰਦਰ, ਭਾਵ ਕਿ ਜਿੰਨੇ ਇਹ ਆਪਾਂ ਜੀਵ ਵੇਖਦੇ ਹਾਂ ਇਸ ਧਰਤੀ ਦੇ ਵਿੱਚ ਰਹਿਣ ਵਾਲੇ, ਧਰਤੀ 'ਤੇ ਰੇਂਗ ਕੇ ਚੱਲਣ ਵਾਲੇ ਕਿੰਨੀਆਂ ਜੂਨਾਂ ਹਨ, ਭਾਵ ਕਿ ਅਨੇਕਾਂ ਜੂਨਾਂ ਨੂੰ ਧਾਰਨ ਕਰਕੇ ਇਸ ਧਰਤੀ ਦੇ ਵਿੱਚ ਧੂੜ ਹੋਏ ਰਹਿੰਦੇ ਹੈ, ਮਿੱਟੀ ਹੋਏ ਰਹਿੰਦੇ ਹੈ। ਕਿਉਂਕਿ ਜਿੰਨੇ ਸਰੀਰ ਧਾਰਨ ਕਰਨੇ ਹੈ ਅਖੀਰ ਉਹਨਾਂ ਦਾ ਮਿੱਟੀ ਹੈ। ਚਾਹੇ ਜਿੰਨੀਆਂ ਵੀ ਜੂਨਾਂ ਹਨ ਉਹਨਾਂ ਦੀ ਅਖੀਰ ਤੇ ਮਿੱਟੀ 'ਚ ਹੀ ਆ ਕੇ ਹੁੰਦੀ ਹੈ, ਮਿੱਟੀ 'ਚ ਹੀ ਸਮਾਉਣਾ ਹੁੰਦਾ। ਇਸ ਕਰਕੇ ਉਹ ਪਰਮੇਸ਼ਰ ਤੋਂ ਭੁੱਲ ਕੇ, ਉਹਦੇ ਨਾਮ ਨੂੰ ਛੱਡ ਕੇ, ਉਹਦੀ ਬੰਦਗੀ ਛੱਡ ਕੇ ਅਨੇਕਾਂ ਸਰੀਰ ਧਾਰਨ ਕਰਕੇ ਵਾਰ-ਵਾਰ ਜਿਹੜਾ ਜੀਵ ਹੈ ਮਿੱਟੀ ਦੇ ਵਿੱਚ ਹੀ ਰਲਦਾ ਹੈ। ਬਿਲ ਲਾਟ ਕਰਹਿ ਬਹੁ ਤੇਰਿਆ ਪਿਆਰੇ, ਉਤਰੈ ਨਾਹੀ ਸੂਲ। ਸਤਿਗੁਰੂ ਜੀ ਕਹਿੰਦੇ ਫਿਰ ਇਹ ਜੀਵ ਬੜਾ ਵਿਰਲਾਪ ਕਰਦਾ, ਬੜਾ ਇਹ ਦੁਖੀ ਹੁੰਦਾ, ਬੜੀਆਂ ਪੁਕਾਰਾਂ ਕਰਦਾ, ਪਰ ਫਿਰ ਉੱਥੇ ਕੋਈ ਵੀ ਪੁਕਾਰ ਜਿਹੜੀ ਸੁਣੀ ਨਹੀਂ ਜਾਂਦੀ, ਕੋਈ ਵੀ ਫਰਿਆਦ ਜਿਹੜੀ ਪਹੁੰਚਦੀ ਨਹੀਂ। ਇਸ ਕਰਕੇ ਉਤਰੈ ਨਾਹੀ ਸੂਲ। ਫਿਰ ਇਹ ਜਿਹੜਾ ਸੂਲ ਦੁੱਖ ਹੁੰਦਾ ਜੰਮਣ ਤੇ ਮਰਨ ਦਾ, ਸਭ ਤੋਂ ਵੱਡਾ ਦੁੱਖ ਹੀ ਜੰਮਣ ਮਰਨ ਹੈ। ਭਗਤਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ, ਜਦੋਂ ਭਗਤਾਂ ਦਾ ਜੀਵਨ ਆਪਾਂ ਪੜ੍ਹਦੇ ਹਾਂ, ਭਗਤਾਂ ਨੇ ਕਿਸੇ ਵੀ ਦੁੱਖ ਨੂੰ ਦੁੱਖ ਨਹੀਂ ਮੰਨਿਆ ਜਿਹੜੇ ਸਰੀਰ ਨੂੰ ਆ ਕੇ ਉਹਨਾਂ ਦੇ ਲੱਗਦੇ ਰਹੇ। ਜੇ ਭਗਤ ਕਬੀਰ ਸਾਹਿਬ ਜੀ ਦਾ ਜੀਵਨ ਪੜ੍ਹੋ ਤੇ ਸਮੇਂ ਦੀ ਹਕੂਮਤ ਨੇ ਕੀ ਕੀਤਾ ਵੀ ਭਗਤ ਕਬੀਰ ਸਾਹਿਬ ਜੀ ਦੇ ਨਾਲ ਈਰਖਾ ਕੀਤੀ, ਵਿਰੋਧਤਾ ਕੀਤੀ ਤੇ ਉਹਨਾਂ ਦੇ ਹੱਥ ਪੈਰ ਸੰਗਲਾਂ ਨਾਲ ਬੰਨ੍ਹ ਕੇ ਤੇ ਗੰਗਾ 'ਚ ਸੁੱਟ ਦਿੱਤਾ ਵੀ ਆਪੇ ਗੰਗਾ ਦੇ ਵਿੱਚ ਡੁੱਬ ਜਾਣਗੇ ਤੇ ਉੱਥੇ ਖਤਮ ਹੋ ਜਾਣਗੇ। ਪਰ ਉਹ ਪਰਮੇਸ਼ਰ ਆਪਣੇ ਭਗਤਾਂ ਦੀ ਰੱਖਿਆ ਕਰਦਾ ਤੇ ਭਗਤ ਕਬੀਰ ਸਾਹਿਬ ਜੀ ਨੇ ਕੋਈ ਦੁੱਖ ਨਹੀਂ ਮੰਨਿਆ ਤੇ ਜਦੋਂ ਗੰਗਾ ਦੇ ਵਿੱਚ ਸੁੱਟਿਆ ਤੇ ਸਾਰੇ ਸੰਗਲ ਟੁੱਟ ਗਏ। ਤੇ ਇੱਦਾਂ ਭਗਤ ਕਬੀਰ ਸਾਹਿਬ ਜੀ ਨੇ ਬਚਨ ਵੀ ਉਚਾਰਨ ਕੀਤਾ ਕਿ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਿ ਜਿਵੇਂ ਗੰਗਾ ਦੀਆਂ ਲਹਿਰਾਂ 'ਤੇ ਤਰਦੇ ਜਾਂਦੇ ਆ ਭਗਤ ਕਬੀਰ ਜੀ। ਫਿਰ ਭਗਤ ਰਵਿਦਾਸ ਸਾਹਿਬ ਜੀ ਦਾ ਜੀਵਨ, ਭਗਤ ਨਾਮਦੇਵ ਜੀ ਨੂੰ ਹਾਥੀ ਦੇ ਅੱਗੇ ਬੰਨ੍ਹ ਕੇ ਸੁੱਟਿਆ, ਪਰ ਭਗਤਾਂ ਨੇ ਕੋਈ ਵੀ ਦੁੱਖ ਨਹੀਂ ਮੰਨਿਆ। ਪਰ ਇੱਕ ਦੁੱਖ ਐਸਾ ਜਿੱਥੇ ਭਗਤਾਂ ਨੇ ਵੀ ਕਿਹਾ ਕਿ ਇਹ ਦੁੱਖ ਪਰਮੇਸ਼ਰ ਵਾਹਿਗੁਰੂ ਸਾਡਾ ਕੱਟ ਦੇ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ। ਕਿ ਇੱਕ ਦੁੱਖ ਜਿਹੜਾ ਪਰਮੇਸ਼ਰ ਵਾਹਿਗੁਰੂ ਤੂੰ ਉਹ ਸਾਡਾ ਕੱਟ ਦੇ। ਕਿਹੜਾ ਦੁੱਖ ਹੈ? ਅਗਨ ਦਹੈ ਅਰ ਗਰਭ ਬਸੇਰਾ। ਅਗਨ ਦਹੈ, ਅੱਗ ਦੇ ਵਿੱਚ ਸੜਨਾ, ਭਾਵ ਕੀ ਹੈ? ਮਰਨਾ। ਜਦੋਂ ਜੀਵ ਮਰ ਜਾਂਦਾ, ਚੜ੍ਹਾਈ ਕਰ ਜਾਂਦਾ, ਫਿਰ ਅਖੀਰ ਅੱਗ ਹੀ ਹੈ, ਉਹੀ ਭੇਟ ਕੀਤੀ ਜਾਂਦੀ ਹੈ। ਤੇ ਗਰਭ ਬਸੇਰਾ ਭਾਵ ਕੀ ਹੈ? ਗਰਭ 'ਚ ਆਉਣਾ, ਜੂਨ 'ਚ ਆਉਣਾ, ਜੰਮਣਾ। ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ, ਭਗਤ ਕਹਿੰਦੇ ਪਰਮੇਸ਼ਰ ਵਾਹਿਗੁਰੂ ਇਹ ਸਾਡਾ ਕੱਟ ਦੇ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਉਤਰੈ ਨਾਹੀ ਸੂਲ। ਫਿਰ ਜੀਵ ਫਰਿਆਦਾਂ ਕਰਦਾ, ਪੁਕਾਰਾਂ ਕਰਦਾ, ਪਰ ਇਹ ਦੁੱਖ ਜਿਹੜਾ ਜੀਵ ਦਾ ਉਤਰਦਾ ਨਹੀਂ ਹੈ ਨਾਮ ਨੂੰ ਭੁਲਾ ਕੇ। ਜੋ ਗੁਰ ਮੇਲ ਸਵਾਰਿਆ ਪਿਆਰੇ, ਤਿਨ ਕਾ ਰਹਿਆ ਮੂਲ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਹੇ ਪਿਆਰੇ ਜੀਵ, ਜੋ ਗੁਰ ਮੇਲ ਸਵਾਰਿਆ, ਜਿਹੜੇ ਗੁਰੂ ਦੇ ਨਾਲ ਮਿਲ ਜਾਂਦੇ ਆ, ਸਤਿਗੁਰੂ ਜੀ ਉਹਨਾਂ ਨੂੰ ਸਵਾਰ ਦਿੰਦੇ। ਜਿਵੇਂ ਇੱਕ ਚੀਜ਼ ਹੋਵੇ ਤੇ ਉਹਨੂੰ ਜੇ ਆਪਾਂ ਸਵਾਰ ਦਈਏ, ਉਹ ਸੋਹਣੀ ਲੱਗਦੀ ਹੈ, ਕੰਮ ਆਉਂਦੀ ਹੈ, ਬੜੀ ਸੁੰਦਰ ਬਣ ਜਾਂਦੀ ਹੈ। ਜਿੰਨਾ ਚਿਰ ਆਪਾਂ ਉਹਦਾ ਸਵਾਰਨਾ ਨਾ ਕਰੀਏ, ਜਿਵੇਂ ਕੋਈ ਲੱਕੜ ਹੋਵੇ
ਤੇ ਉਸੇ ਲੱਕੜ ਨੂੰ ਲੈ ਕੇ ਉਹਨੂੰ ਸਵਾਰ ਕੇ ਉਹਦੇ ਤੋਂ ਬਾਕੀ ਦੀਆਂ ਚੀਜ਼ਾਂ ਲਾਹ ਕੇ ਉਹਦੇ ਵਿੱਚੋਂ ਹੀ ਤਰ੍ਹਾਂ ਤਰ੍ਹਾਂ ਦੇ ਫਰਨੀਚਰ ਬਣ ਜਾਂਦੇ। ਇਸੇ ਪ੍ਰਕਾਰ ਹੀ ਜਿਹੜੇ ਕੋਈ ਕਲਾ ਨੂੰ ਕਰਨ ਵਾਲੇ ਹੈ ਉਹ ਇੱਕ ਪੱਥਰ ਲੈਂਦੇ ਹੈ, ਉਹਨੂੰ ਤਰਾਸ਼ ਤਰਾਸ਼ ਕੇ ਉਹਦੇ ਵਿੱਚੋਂ ਭਗਵਾਨ ਦੀ ਮੂਰਤੀ ਬਣਾ ਦਿੰਦੇ ਹੈ, ਸਵਾਰਦੇ ਆ ਨਾ, ਉਹਨੂੰ ਸਵਾਰ ਕੇ ਫਿਰ ਉਹਦੇ ਵਿੱਚੋਂ ਹੀ ਆਪਣੀ ਕਲਾ ਦੁਆਰਾ ਉਹ ਚੀਜ਼ ਪ੍ਰਗਟ ਕਰ ਦਿੰਦੇ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕੀ ਕਰਦੇ ਆ, ਸਾਡੇ ਮਨ ਨੂੰ ਸਵਾਰਦੇ ਆ। ਜਿਵੇਂ ਕੋਈ ਜ਼ਿਮੀਂਦਾਰ ਆਪਣੇ ਖੇਤ ਨੂੰ ਸਵਾਰਦਾ, ਉਹਦੇ ਵਿੱਚੋਂ ਖੇਤ ਦੇ ਵਿੱਚੋਂ ਉਹ ਜਿਹੜੀਆਂ ਕੋਈ ਮਾੜੀਆਂ ਚੀਜ਼ਾਂ ਉਹਨਾਂ ਨੂੰ ਕੱਢਦਾ, ਉਹਨਾਂ ਨੂੰ ਦੂਰ ਕਰਦਾ, ਚੰਗੇ ਟਾਈਮ 'ਤੇ ਪਾਣੀ ਦੇ ਕੇ ਉਹਨੂੰ ਵਾਹੁੰਦਾ, ਸਾਫ ਸੰਭਾਲ ਉਹਦੀ ਪੂਰੀ ਕਰਦਾ, ਫਿਰ ਉਹਨੂੰ ਫਸਲ ਵੀ ਚੰਗੀ ਮਿਲਦੀ ਹੈ, ਝਾੜ ਵੀ ਚੰਗਾ ਮਿਲਦਾ। ਜੇ ਸਵਾਰੇ ਹੀ ਨਾ, ਸਵਾਰਨਾ ਜਿਹੜਾ ਇਹ ਬਹੁਤ ਜ਼ਰੂਰੀ ਹੈ। ਘਰ ਜਿਹੜਾ ਜੇ ਸਵਾਰਿਆ ਹੋਵੇ ਤਾਂ ਸੋਹਣਾ ਲੱਗਦਾ। ਸਤਿਗੁਰੂ ਜੀ ਆਪਣੇ ਬਾਣੀ ਦੁਆਰਾ, ਆਪਣੇ ਉਪਦੇਸ਼ਾਂ ਦੁਆਰਾ ਸਾਡੇ ਮਨ ਨੂੰ ਸਵਾਰਦੇ ਹੈ, ਕਿਉਂਕਿ ਮਨ ਦੇ ਅੰਦਰ ਬਹੁਤ ਚੀਜ਼ਾਂ ਜਿਹੜੀਆਂ ਉਹ ਕਈ ਜਨਮਾਂ ਦੀਆਂ ਪਈਆਂ ਹੋਈਆਂ, ਮਨ ਦੇ ਅੰਦਰ ਸੰਸਕਾਰ ਪਏ ਹੋਏ, ਮਨ ਦੇ ਅੰਦਰ ਇਸ ਮਾਇਆ ਦੇ ਪ੍ਰਭਾਵ ਕਰਕੇ ਬੜੇ ਔਗਣ ਜਿਹੜੇ ਆ ਉਹ ਬੈਠੇ ਹੋਏ, ਬੜੇ ਛੁਪੇ ਹੋਏ ਅੰਦਰੇ। ਮਨ ਦੇ ਅੰਦਰ ਹੀ ਸਾਰੀਆਂ ਬੁਰਾਈਆਂ, ਸਾਰੇ ਔਗਣ, ਕਾਮ, ਕ੍ਰੋਧ, ਲੋਭ, ਮੋਹ ਸਭ ਕੁਝ ਇਹਦੇ ਅੰਦਰ ਹੀ ਬੈਠਾ। ਅਤੇ ਸਤਿਗੁਰਾਂ ਨੇ ਆਪਣੀ ਬਾਣੀ ਦੁਆਰਾ, ਆਪਣੇ ਉਪਦੇਸ਼ਾਂ ਦੁਆਰਾ ਮਨ ਨੂੰ ਸਵਾਰਨਾ ਹੈ, ਮਨ ਦੇ ਵਿੱਚੋਂ ਔਗਣ ਦੂਰ ਕਰਨੇ ਹੈ। ਜਿਵੇਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਘਟਨਾ ਆਉਂਦੀ ਹੈ ਸਿੱਖ ਦੀ, ਕਿ 2 ਸਿੱਖ ਸਨ, 2 ਭਰਾ ਸਨ ਅਤੇ ਚੌਧਰੀ ਸਨ। ਅਤੇ ਉਹਨਾਂ ਦਾ ਕੰਮ ਸਰਕਾਰੇ ਦਰਬਾਰੇ ਕੋਰਟ ਕਚਹਿਰੀਆਂ ਦੇ ਵਿੱਚ ਲੋਕਾਂ ਦੇ ਕੇਸ ਜਿਹੜੇ ਹੈ ਉਹਨਾਂ ਨੂੰ ਸਾਫ ਸੁਥਰਾ ਕਰਨਾ ਅਤੇ ਉਹਨਾਂ ਨੂੰ ਨਿਆਂ ਦਿਵਾਉਣਾ, ਕਿਸੇ ਨੂੰ ਸੱਚਾਈ ਦੇ ਵਿੱਚ ਲੈ ਕੇ ਜਾਣਾ। ਅਤੇ ਉਹ ਸਤਿਗੁਰਾਂ ਦੇ ਸਾਹਮਣੇ ਆਏ ਇੱਕ ਦਿਨ ਦਰਸ਼ਨ ਕਰਨ ਵਾਸਤੇ, ਅਤੇ ਕਹਿਣ ਲੱਗੇ ਕਿ ਮਹਾਰਾਜ, ਸਾਡੇ ਜੀਵਨ ਦੇ ਅੰਦਰ ਬਾਕੀ ਸਭ ਕੁਝ ਠੀਕ ਹੈ, ਪਰ ਮਹਾਰਾਜ ਸਾਡੇ ਅੰਦਰੋਂ ਝੂਠ ਨਹੀਂ ਜਾਂਦਾ, ਕਿ ਝੂਠ ਅਸੀਂ ਛੱਡਦੇ ਨਹੀਂ। ਬੜੀ ਕੋਸ਼ਿਸ਼ ਕਰਦੇ ਹਾਂ ਪਰ ਝੂਠ ਫਿਰ ਵੀ ਬੋਲਿਆ ਜਾਂਦਾ, ਝੂਠ ਬੋਲ ਕੇ ਹੀ ਸਾਡਾ ਕੰਮ ਜਿਹੜਾ ਉਹ ਚੱਲਦਾ। ਪਰ ਸਤਿਗੁਰੂ ਜੀ ਕਹਿੰਦੇ ਵੀ ਇਹ ਤਾਂ ਛੱਡਣਾ ਪੈਣਾ, ਕਿਉਂਕਿ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜੋ ਗੁਰ ਦੱਸੇ ਬਾਟ ਮੁਰੀਦਾਂ ਜੋਲੀਏ। ਵੀ ਝੂਠ ਜਿਹੜਾ ਉਹਨੂੰ ਛੱਡਣਾ ਪੈਣਾ। ਕਹਿੰਦੇ ਮਹਾਰਾਜ ਫਿਰ ਕੋਈ ਤਰੀਕਾ ਦੱਸੋ, ਛੁੱਟਦਾ ਤਾਂ ਹੈ ਨਹੀਂ। ਸਤਿਗੁਰੂ ਜੀ ਕਹਿਣ ਲੱਗੇ ਵੀ ਤਰੀਕਾ ਇਹ ਹੈ ਵੀ ਤੁਹਾਡੇ ਮਨ ਦਾ ਸੰਸਕਾਰ ਐਡਾ ਪ੍ਰਬਲ ਬਣ ਗਿਆ ਵੀ ਤੁਸੀਂ ਇਹਨੂੰ ਕਰਨ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਜੇ ਤੁਹਾਡੇ ਅੰਦਰ ਇਹ ਚੀਜ਼ ਪੈਦਾ ਹੋ ਜਾਏ ਤਾਂ ਫਿਰ ਇਹ ਛੁੱਟ ਸਕਦਾ। ਸਤਿਗੁਰੂ ਜੀ ਕਹਿੰਦੇ ਵੀ ਤਰੀਕਾ ਇਹ ਹੈ ਵੀ ਤੁਸੀਂ ਜਿੰਨੇ ਝੂਠ ਬੋਲਣੇ ਆ ਉਹ ਕਾਪੀ 'ਤੇ ਲਿਖ ਲੈਣੇ ਆ, ਨੋਟ ਕਰ ਲੈਣੇ ਆ ਵੀ ਆਹ ਝੂਠ ਬੋਲਿਆ, ਅੱਜ ਆਹ ਬੋਲਿਆ, ਸਾਰੇ ਨੋਟ ਕਰਕੇ ਅਤੇ ਫਿਰ ਜਿੱਥੇ ਗੁਰੂ ਕੀ ਸੰਗਤ ਹੋਵੇ ਉੱਥੇ ਸੁਣਾਉਣੇ ਆ ਖੜ੍ਹ ਕੇ ਵੀ ਮੈਂ ਆਹ ਝੂਠ ਬੋਲਿਆ ਅੱਜ। ਕਹਿਣ ਲੱਗੇ ਮਹਾਰਾਜ ਠੀਕ ਹੈ। ਜਦੋਂ ਬੋਲੀ ਗਏ ਅਤੇ ਸ਼ਾਮਾਂ ਨੂੰ ਲਿਖਣ ਲੱਗ ਪਏ। ਲਿਖੀ ਪਹਿਲਾਂ ਤਾਂ ਜਦੋਂ ਲਿਖਣ ਲੱਗੇ ਉਦੋਂ ਬੜਾ ਮਹਿਸੂਸ ਹੋਇਆ ਵੀ ਇਹ ਆਪਾਂ ਲਿਖ ਰਹੇ ਹਾਂ। ਫਿਰ ਜਦੋਂ ਸੁਣਾਉਣ ਦੀ ਗੱਲ ਆਈ ਅਤੇ ਫਿਰ ਤਾਂ ਕਹਿਣ ਲੱਗੇ ਵੀ ਨਹੀਂ, ਇਹ ਤਾਂ ਬੜਾ ਔਖਾ ਕੰਮ ਹੈ, ਇਹ ਤਾਂ ਸੁਣਾਉਣੇ ਬੜੇ ਔਖੇ। ਪਹਿਲੇ ਦਿਨ ਹੀ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕੀਤੀ। ਕਹਿਣ ਲੱਗੇ ਮਹਾਰਾਜ ਅੱਜ ਤੋਂ ਬਾਅਦ ਨਹੀਂ ਬੋਲਦੇ, ਛੁੱਟ ਗਏ ਹੁਣ। ਇਸ ਕਰਕੇ ਸਤਿਗੁਰੂ ਜੀ ਸਾਡੇ ਮਨ ਨੂੰ ਬੜੇ ਤਰੀਕਿਆਂ ਦੇ ਨਾਲ ਸਵਾਰਦੇ ਆ, ਸਮਝਾਉਂਦੇ ਆ, ਸਿੱਖਿਆ ਬਖਸ਼ਿਸ਼ ਕਰਦੇ ਆ। ਇਸ ਕਰਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ, ਜੋ ਗੁਰ ਮੇਲ ਸਵਾਰਿਆ ਪਿਆਰੇ, ਤਿਨ ਕਾ ਰਹਿਆ ਮੂਲ। ਜਿਨ੍ਹਾਂ ਦੇ ਮਨ ਨੂੰ ਸਤਿਗੁਰੂ ਜੀ ਸਵਾਰ ਦਿੰਦੇ, ਉਹਨਾਂ ਦਾ ਮੂਲ ਮੁੱਢ ਰਹਿ ਜਾਂਦਾ। ਉਹ ਆਪਣੇ ਮੂਲ ਦੇ ਨਾਲ, ਜੜ੍ਹ ਦੇ ਨਾਲ ਜੁੜ ਜਾਂਦੇ, ਸਿਧਾਂਤ ਦੇ ਨਾਲ ਜੁੜ ਜਾਂਦੇ। ਇਸੇ ਕਰਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਮੂਲ ਮੰਤਰ, ਮੁੱਢਲਾ ਮੰਤਰ। ਮੂਲ ਕਹਿੰਦੇ ਆ ਮੁੱਢ ਨੂੰ। ਇਹ ਉਹ ਮੰਤਰ ਹੈ ਜਿਹਨੂੰ ਜਪ ਕੇ ਜਿਹੜਾ ਸਾਰੇ ਸੰਸਾਰ ਦਾ ਮੁੱਢ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਇਹਨੂੰ ਮੂਲ ਮੰਤਰ ਆਖਿਆ ਜਾਂਦਾ।
ਸਾਰੇ ਸੰਸਾਰ ਦਾ ਮੁੱਢ ਕੀ ਹੈ? ਪਰਮੇਸ਼ਰ ਹੈ, ਪਰਮਾਤਮਾ ਹੈ। ਤੇ ਮੂਲ ਮੰਤਰ ਦੇ ਅੰਦਰ ਉਪਦੇਸ਼ ਕੀ ਹੈ? ਗੁਣ ਕਿਹਦੇ ਬਿਆਨ ਕੀਤੇ ਹੈ? ਪਰਮੇਸ਼ਰ ਦੇ ਬਿਆਨ ਕੀਤੇ। ਇਸ ਕਰਕੇ ਜਿਹੜਾ ਸਿੱਖ ਆਪਣੇ ਜੀਵਨ ਦੇ ਅੰਦਰ ਮੂਲ ਮੰਤਰ ਦਾ ਅਭਿਆਸ ਕਰਦਾ ਹੈ, ਉਹ ਆਪਣੇ ਮੂਲ ਮੁੱਢ ਦੇ ਨਾਲ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਛਾਣ ਕਰਾਉਣ ਵਾਲਾ ਜਿਹੜਾ ਉਹ ਸਤਿਗੁਰਾਂ ਦਾ ਮੂਲ ਮੰਤਰ ਹੈ। ਇਹਦਾ ਅਭਿਆਸ ਕਰਕੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਆਪਣੇ ਮੂਲ ਮੁੱਢ ਦੇ ਨਾਲ ਜੁੜ ਜਾਂਦੇ ਹਨ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਸਰਵਣ ਕੀਤੀ ਹੈ। ਰਹਿੰਦੇ ਹੋਏ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਗਿਆਨਤਾ ਵਸ ਹੋਈਆਂ ਬੇਅੰਤ ਭੁੱਲਾਂ ਗੁਰੂ ਕੀ ਸੰਗਤ ਨੇ ਬਖਸ਼ਿਸ਼ ਕਰਨੀਆਂ। ਸਿੱਖਿਆ ਗੁਰੂ ਕੀ, ਸਿਧਾਂਤ ਗੁਰੂ ਕਾ ਜਾਣ ਕੇ ਆਪਾਂ ਸਭ ਨੇ ਹਿਰਦੇ 'ਚ ਵਸਾਉਣਾ, ਜਿਸ ਕਰਕੇ ਆਪਾਂ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਬਿਲ ਲਾਟ ਕਰਹਿ ਬਹੁ ਤੇਰੇ ਆ ਪਿਆਰੇ, ਉਤਰੈ ਨਾਹੀ ਸੂਲ। ਜੋ ਗੁਰ ਮੇਲ ਸਵਾਰਿਆ ਪਿਆਰੇ, ਤਿਨ ਕਾ ਰਹਿਆ ਮੂਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਤੂੰ ਠਾਕੁਰ ਤੁਮ